ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕੱਲ੍ਹ ਤਾਰਨ ਗੁਰੂ ਨਾਨਕ ਆਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਣ ਦਾ ਕਾਰਨ ਸਾਡੇ ਵਰਗੇ ਕਲਯੁਗੀ ਜੀਵਾਂ ਦਾ ਉਧਾਰ ਕਰਨਾ ਹੈ। ਜੋ ਵਹਿਮ ਭਰਮ ਕਰਮ ਕਾਂਡ ਦੇ ਵਿੱਚ ਪਏ ਹੋਏ ਲੋਕ ਨੇ, ਉਹਨਾਂ ਨੂੰ ਵਹਿਮ ਭਰਮ ਦੇ ਵਿੱਚੋਂ, ਕਰਮ ਕਾਂਡ ਦੇ ਵਿੱਚੋਂ ਦੀ ਕੱਢਣਾ ਔਰ ਇੱਕ ਅਕਾਲ ਪੁਰਖ ਪਰਮੇਸ਼ਵਰ ਦੀ ਸੋਝੀ ਦੇ ਕੇ, ਪਰਮੇਸ਼ਵਰ ਦਾ ਗਿਆਨ ਦੇ ਕੇ, ਪਰਮੇਸ਼ਵਰ ਦੇ ਸੱਚੇ ਨਾਮ ਦਾ ਜਾਪ ਕਰਵਾਉਣਾ। ਜਿਸ ਇਲਾਕੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਪਹੁੰਚੇ ਨੇ, ਉਸ ਇਲਾਕੇ ਦੇ ਲੋਕ ਸਰਵੜੇ ਦੇ ਪੁਜਾਰੀ ਨੇ। ਪੂਰੇ ਦਾ ਪੂਰਾ ਇਲਾਕਾ, ਰਾਜਾ ਪ੍ਰਜਾ ਸਾਰੇ ਹੀ ਜਿਹੜੇ ਨੇ ਇਹ ਸਰਵੜੇ ਦੇ ਪੁਜਾਰੀ ਹਨ। ਭਾਵ ਕਿ ਜੋ ਜੈਨ ਮਤ, ਬੋਧ ਮਤ ਦੇ ਵਿੱਚੋਂ ਆ ਜਾਂਦੇ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇੱਥੇ ਬੈਠ ਕੇ ਭਾਈ ਮਰਦਾਨਾ ਜੀ ਨੂੰ ਸ਼ਬਦ ਗਾਇਨ ਕਰਨ ਵਾਸਤੇ ਆਖਿਆ। ਭਾਈ ਮਰਦਾਨਾ ਜੀ ਨੇ ਰਬਾਬ ਵਜਾ ਕੇ ਸ਼ਬਦ ਗਾਇਨ ਕੀਤਾ। ਕੁਝ ਲੋਕ ਇਕੱਠੇ ਹੋਏ। ਜਦੋਂ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਇੱਕ ਪਰਮੇਸ਼ਵਰ ਦਾ ਨਾਮ ਜਪਣ ਲਈ ਆਖਿਆ, ਉਹਨਾਂ ਨੇ ਇੱਕੋ ਗੱਲ ਆਖੀ ਕਿ ਅਸੀਂ ਜਿਨ੍ਹਾਂ ਦੇ ਪੁਜਾਰੀ ਹਾਂ ਉਹਨਾਂ ਦਾ ਨਾਮ ਹੀ ਜਪਦੇ ਹਾਂ। ਸਾਨੂੰ ਅੱਜ ਤੱਕ ਨਾਮ ਇੱਕੋ ਹੀ ਜਪਾਇਆ ਗਿਆ ਅਤੇ ਜਿਹਦੇ ਰਾਹੀਂ ਜਪਾਇਆ ਅਸੀਂ ਉਹੀ ਜਪਦੇ ਹਾਂ। ਸਮਾਂ ਬੀਤਿਆ, ਦਿਨ ਬਤੀਤ ਹੋਏ, ਬਰਸਾਤ ਨਹੀਂ ਹੋਈ। ਜਦੋਂ ਬਰਸਾਤ ਨਹੀਂ ਹੋਈ ਅਤੇ ਫਸਲ ਸੁੱਕਣੀ ਸ਼ੁਰੂ ਹੋ ਗਈ। ਇਹ ਸਾਰੇ ਹੀ ਜਿੰਨੇ ਵੀ ਇਸ ਇਲਾਕੇ ਦੇ ਲੋਕ ਨੇ, ਉਹ ਇਕੱਠੇ ਹੋ ਕੇ ਫਿਰ ਆਪਣੇ ਮੁਰਸ਼ਿਦ ਦੇ ਕੋਲ ਜਾਂਦੇ ਨੇ। ਜਾ ਕੇ ਕਹਿੰਦੇ ਨੇ ਕਿ ਤੁਸੀਂ ਮੰਤਰ ਪੜ੍ਹੋ ਤਾਂ ਕਿ ਬਰਸਾਤ ਹੋ ਜਾਏ। ਹੁਣ ਉਹ ਆਪਣੇ ਵੱਲੋਂ ਮੰਤਰ ਜਿਹੜਾ ਉਹ ਪੜ੍ਹਦਾ ਹੈ, ਪਰ ਬਰਸਾਤ ਨਹੀਂ ਹੋ ਰਹੀ। ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਸਾਥੀਆਂ ਦੇ ਸਮੇਤ ਬੈਠੇ ਨੇ। ਇਸ ਚੱਲ ਰਹੇ ਪ੍ਰਸੰਗ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਜੋ ਅਗਲੇਰੇ ਇਤਿਹਾਸ ਦਾ ਜ਼ਿਕਰ ਕਰਦੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਆਪਨ ਮੰਤਰ ਵਿਦ ਸੰਗ ਉਚਾਰਿਓ। ਕਵੀ ਜੀ ਆਖਦੇ ਨੇ ਆਪਨ ਮੰਤਰ ਵਿਦ ਸੰਗ ਉਚਾਰਿਓ। ਸੰਗ ਦਾ ਅਰਥ ਹੈ ਵੀ ਜਿੰਨੇ ਵੀ ਇਹ ਲੋਕ ਇਕੱਠੇ ਹੋ ਕੇ ਆਏ ਨੇ, ਇਹਨਾਂ ਸਾਰਿਆਂ ਦੇ ਸਮੇਤ ਉਹਨੇ ਮੰਤਰ ਜਿਹੜਾ ਸੀ ਉਚਾਰਿਆ। ਭਾਵ ਆਪ ਵੀ ਮੰਤਰ ਪੜ੍ਹਿਆ। ਇਸ ਇਲਾਕੇ ਦੇ ਵਿੱਚ ਜਿੰਨੇ ਵੀ ਸਰੇਵਰੇ ਦੇ ਪੁਜਾਰੀ ਨੇ, ਉਹਨਾਂ ਸਾਰਿਆਂ ਨੇ ਉਹ ਮੰਤਰ ਦੁਹਰਾਇਆ। ਜੋ ਇਹ ਸਰੇਵਰਾ ਕਹਿੰਦੇ ਮੰਤਰ ਪੜ੍ਹਦਾ, ਇਹਦੇ ਨਾਲ ਨਾਲ ਸਾਰੇ ਹੀ ਲੋਕ ਮੰਤਰ ਪੜ੍ਹਦੇ ਹਨ। ਮੇਹ ਨਾ ਭਲਾ ਜਤਨ ਕਰ ਹਾਰਿਓ। ਕਵੀ ਜੀ ਦੇ ਕਹਿਣ ਮੁਤਾਬਕ ਮੀਂਹ ਨਹੀਂ ਪਿਆ, ਬਰਸਾਤ ਨਹੀਂ ਹੋਈ। ਮੰਤਰ ਤਾਂ ਪੜ੍ਹਿਆ ਜਾ ਰਿਹਾ ਹੈ, ਪਰ ਕਹਿੰਦੇ ਨੇ ਬਰਸਾਤ ਨਹੀਂ ਹੋਈ ਹੈ। ਪਏ ਨਿਰਾਸ਼ ਲੋਕ ਘਰ ਆਏ। ਕਹਿੰਦੇ ਨੇ ਲੋਕ ਨਿਰਾਸ਼ ਹੋ ਗਏ ਕਿ ਮੰਤਰ ਅੱਗੇ ਵੀ ਅਸੀਂ ਪੜ੍ਹਦੇ ਸੀ, ਮੰਤਰ ਹੁਣ ਵੀ ਅਸੀਂ ਪੜ੍ਹਿਆ, ਪਰ ਇਸ ਮੰਤਰ ਦਾ ਅਸਰ ਕੋਈ ਨਹੀਂ ਹੋਇਆ। ਭਏ ਨਿਰਾਸ਼ ਲੋਕ ਘਰ ਆਏ। ਨਿਰਾਸ਼ ਹੋ ਕੇ ਲੋਕ ਜਿਹੜੇ ਨੇ ਆਪਣੇ ਘਰ ਆ ਗਏ ਹਨ। ਪੁਰ ਚਿੰਤਾ ਤੁਰ ਦੁੱਖ ਕੋ ਪਾਏ। ਹੁਣ ਜਦੋਂ ਨਿਰਾਸ਼ ਹੋਏ ਨੇ, ਚਿੰਤਾ ਵਧੀ ਹੈ, ਤੇ ਜਦੋਂ ਚਿੰਤਾ ਵਧੀਆਂ ਤੇ ਕਹਿੰਦੇ ਦੁੱਖ ਇਹਨਾਂ ਨੂੰ ਲੱਗਾ ਹੈ। ਕੇਤਕ ਜੇ ਬੈਠੇ ਗੁਰ ਟਿਗ ਆਈ। ਉਹ ਦੁੱਖ ਤੇ ਚਿੰਤਾ ਦੇ ਸਤਾਏ ਹੋਏ ਲੋਕ, ਉਹਨਾਂ ਵਿੱਚੋਂ ਦੀ ਕੁਝ ਲੋਕ ਗੁਰੂ ਨਾਨਕ ਸਾਹਿਬ ਜੀ ਕੋਲ ਆ ਕੇ ਬੈਠੇ ਆ। ਉਹਨਾਂ ਦੇ ਮਨ 'ਚ ਖਿਆਲ ਆਇਆ ਵੀ ਸਾਡੇ ਇਲਾਕੇ ਵਿੱਚ ਇੱਕ ਫਕੀਰ ਆਇਆ ਹੈ, ਉਹਦੇ ਨਾਲ ਕੁਝ ਸਾਥੀ ਨੇ, ਵੀ ਚੱਲ ਕੇ ਬੈਠਦੇ ਹਾਂ, ਕੀ ਪਤਾ ਸਾਡੀ ਚਿੰਤਾ ਦੂਰ ਹੋ ਜਾਏ। ਸਾਨੂੰ ਇੱਥੇ ਇੱਕ ਮੈਸੇਜ ਹੈ ਜੋ ਲੈਣਾ ਚਾਹੀਦਾ ਹੈ। ਜਦੋਂ ਅਸੀਂ ਪਰੇਸ਼ਾਨ ਹੋਈਏ, ਦੁਖੀ ਹੋਈਏ, ਚਿੰਤਤ ਹੋਈਏ, ਜਦੋਂ ਚਾਰੇ ਪਾਸੇ ਦਰਵਾਜ਼ੇ ਬੰਦ ਹੋ ਜਾਣ, ਕੋਈ ਸਹਾਰਾ ਨਾ ਮਿਲੇ, ਉਸ ਵੇਲੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਆ ਕੇ ਬੈਠਣਾ ਚਾਹੀਦਾ ਹੈ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਾਂਗੇ ਤੇ ਸੱਚ ਜਾਣਨਾ ਮੇਰੇ ਸਤਿਗੁਰੂ ਨੇ ਉਹਦਾ ਫਿਰ ਕੋਈ ਨਾ ਕੋਈ ਹੱਲ ਜ਼ਰੂਰ ਕੱਢਣਾ ਹੈ। ਉਹ ਚਿੰਤਾ ਦੂਰ ਹੋ ਜਾਏਗੀ। ਕੋਈ ਗੁਰਬਾਣੀ ਦੇ ਰਾਹੀਂ ਸ਼ਬਦ ਹੀ ਐਸਾ ਗਾਇਨ ਹੋ ਜਾਏਗਾ ਜਿਹਦੇ ਨਾਲ ਸਾਡੀ ਮੁਸ਼ਕਲਾਂ ਦਾ ਹੱਲ ਹੋ ਜਾਏਗਾ। ਸਾਨੂੰ ਜਵਾਬ ਮਿਲ ਜਾਏਗਾ ਕਿ ਸਾਡੀ ਚਿੰਤਾ ਕਿਵੇਂ ਦੂਰ ਹੋ ਸਕਦੀ ਹੈ। ਹੁਣ ਇਹ ਲੋਕ ਜਿਹੜੇ ਨੇ ਚਿੰਤਤ ਹੋ ਕੇ ਗੁਰੂ ਨਾਨਕ ਸਾਹਿਬ ਜੀ ਕੋਲ ਆ ਬੈਠੇ ਹਨ। 300 ਬੂਝਤ ਗਿਰਾ ਅਲਾਈ। ਜਦੋਂ ਇਹ ਲੋਕ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠੇ, ਇਹਨਾਂ ਨੂੰ ਵੇਖ ਕੇ ਗੁਰੂ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬਚਨ ਉਚਾਰੇ ਹਨ। ਕਿਉਂ ਚਿੰਤਾ ਤੁਰ ਤੁਮ ਹੋ ਬੈਸੇ। ਮਹਾਰਾਜ ਜੀ ਕਹਿੰਦੇ ਤੁਸੀਂ ਜਿੰਨੇ ਵੀ ਆ ਕੇ ਬੈਠੇ ਹੋ, ਤੁਹਾਡੇ ਚਿਹਰਿਆਂ ਤੋਂ ਲੱਗਦਾ ਵੀ ਤੁਸੀਂ ਚਿੰਤਤ ਹੋ। ਭਾਵ ਤੁਹਾਨੂੰ ਕੋਈ ਚਿੰਤਾ ਸਤਾ ਰਹੀ ਹੈ। ਕਹੋ ਕੁ ਕਾਜ ਪਇਓ ਹੈ ਕੈਸੇ। ਦੱਸੋ ਕਿਹੜਾ ਕੰਮ ਵਿਗੜ ਗਿਆ ਜਿਸ ਕਰਕੇ ਤੁਸੀਂ ਇੰਨੇ ਚਿੰਤਤ ਨਜ਼ਰ ਆ ਰਹੇ ਹੋ। ਸੁਣ ਬੋਲੇ ਜੇ ਮਨ ਜੋ ਦੁਖਾਰੇ। ਜਿਹੜੇ ਮਨ ਕਰਕੇ ਦੁਖਾਰੇ, ਦੁਖੀ ਹੋਏ ਪਏ ਸਨ, ਜਿਨ੍ਹਾਂ ਨੂੰ ਚਿੰਤਾ ਸੀ ਬਰਸਾਤ ਨਹੀਂ ਹੋਈ, ਪਾਣੀ ਨਹੀਂ ਹੈ, ਸਾਡੀ ਫਸਲ ਸੁੱਕ ਜਾਏਗੀ, ਜਿਹੜੇ ਇਹ ਮਨ ਕਰਕੇ ਦੁਖੀ ਹੋਏ ਸਨ, ਜਲ ਬਿਨ ਸੂਕੇ ਸਰਬ ਕਿਦਾਰੇ। ਕਿ ਸਾਡੇ ਖੇਤ ਵਿੱਚ ਸਾਰੀ ਫਸਲ ਪਾਣੀ ਤੋਂ ਬਿਨਾਂ ਸੁੱਕ ਰਹੀ ਹੈ। ਮੇਹ ਦੇਤ ਥੋ ਗੁਰੂ ਹਮਾਰਾ। ਜਿਹਨੂੰ ਅਸੀਂ ਗੁਰੂ ਮੰਨਦੇ ਹਾਂ, ਉਹ ਜਦੋਂ ਮੰਤਰ ਪੜ੍ਹਦਾ ਸੀ ਤੇ ਬਰਸਾਤ ਹੋ ਜਾਂਦੀ ਸੀ। ਪਿਛਲੇ ਦਿਨੀ ਵੀ ਬੇਨਤੀ ਕੀਤੀ, ਕੁਝ ਚੀਜ਼ਾਂ ਕੁਦਰਤੀ ਹੁੰਦੀਆਂ ਨੇ, ਕੁਦਰਤ ਦੇ ਰਾਹੀਂ ਹੁੰਦੀਆਂ ਨੇ, ਪਰ ਸਾਨੂੰ ਭੁਲੇਖਾ ਪੈ ਜਾਂਦਾ ਵੀ ਜਿਹਦੇ ਕੋਲ ਅਸੀਂ ਗਏ ਹਾਂ ਸ਼ਾਇਦ ਇਹਦੇ ਕਰਕੇ ਹੋਇਆ, ਪਰ ਹੈ ਉਹ ਕੁਦਰਤੀ। ਹੁਣ ਇਹ ਬਰਸਾਤ ਜਿਹੜੀ ਹੈ ਕੁਦਰਤੀ ਹੁੰਦੀ ਸੀ, ਪਰ ਇਹਨਾਂ ਨੂੰ ਭੁਲੇਖਾ ਪੈ ਗਿਆ ਕਿ ਜਿਹਨੂੰ ਅਸੀਂ ਇਸ ਸਰੇਵਰੇ ਨੂੰ ਗੁਰੂ ਮੰਨਦੇ ਹਾਂ, ਇਹਦੇ ਮੰਤਰ ਦੇ ਨਾਲ, ਜਿਹੜਾ ਪਰਮਾਤਮਾ ਨੂੰ ਵਿਸਾਰ ਕੇ ਆਪਣਾ ਮੰਤਰ ਜਪਾਉਂਦਾ, ਕਹਿੰਦੇ ਅਸੀਂ ਜਿਹਨੂੰ ਗੁਰੂ ਧਾਰਨ ਕੀਤਾ ਉਹਦੇ ਮੰਤਰ ਨਾਲ ਬਰਸਾਤ ਅੱਗੇ ਹੋ ਜਾਂਦੀ ਸੀ। ਅਬ ਕਹਿ ਰਹੇ ਹੋ ਨਾ ਬਰਖਿਓ ਬਾਰਾ। ਪਰ ਇਸ ਵਾਰ ਉਹ ਮੰਤਰ ਪੜ੍ਹ ਰਿਹਾ ਹੈ, ਅਸੀਂ ਵੀ ਪੜ੍ਹ ਰਹੇ ਹਾਂ, ਪਰ ਬਰਸਾਤ ਜਿਹੜੀ ਆ ਹੋ ਨਹੀਂ ਰਹੀ ਹੈ। ਇਸ ਪ੍ਰਕਾਰ ਤੇ ਚਿੰਤਾ ਹੋਈ। ਸਾਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਜੇ ਬਰਸਾਤ ਨਾ ਹੋਈ, ਮੀਂਹ ਨਾ ਪਿਆ, ਤੇ ਸਾਡੀ ਫਸਲ ਜਿਹੜੀ ਹੈ ਇਹ ਸੁੱਕ ਜਾਵੇਗੀ। ਕਿਰਕ ਕੋ ਹੋਏ ਉਪਾਏ ਨਾ ਕੋਈ। ਹੋਰ ਕੋਈ ਉਪਾਅ ਵੀ ਨਹੀਂ ਹੈ, ਹੋਰ ਕੋਈ ਯਤਨ ਵੀ ਨਹੀਂ, ਤਰੀਕਾ ਵੀ ਨਹੀਂ ਕਿ ਅਸੀਂ ਕਿਸੇ ਤਰੀਕੇ ਪਾਣੀ ਦਾ ਪ੍ਰਬੰਧ ਕਰ ਸਕੀਏ। ਸ਼੍ਰੀ ਗੁਰੂ ਕਹਿ ਸਿਮਰੋ ਸਤਨਾਮੁ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਮੈਂ ਪਹਿਲਾਂ ਵੀ ਆਪ ਜੀ ਨੂੰ ਆਖਿਆ ਸੀ ਵੀ ਪਰਮਾਤਮਾ ਦੇ ਨਾਮ ਨੂੰ ਸਿਮਰੋ, ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰੋ। ਮਹਾਰਾਜ ਕਹਿੰਦੇ ਹੁਣ ਫਿਰ ਤੁਹਾਨੂੰ ਉਹੀ ਗੱਲ ਆਖਦਾ ਕਿ ਸੱਚੇ ਨਾਮ ਦਾ ਸਿਮਰਨ ਕਰੋ।
ਤੁਸੀਂ ਪੂਰੇ ਨੂੰ ਆਰਾਧਨਾ ਕਰੋ, ਤੁਸੀਂ ਅਧੂਰੇ ਨੂੰ ਆਰਾਧ ਰਹੇ ਹੋ। ਪੂਰੇ ਦੀ ਆਰਾਧਨਾ ਕਰੋ, ਪੂਰਾ ਇੱਕੋ ਹੀ ਹੈ ਸਾਰੇ ਸੰਸਾਰ ਦੇ ਵਿੱਚ। ਇੱਕ ਪਰਮੇਸ਼ਵਰ ਹੀ ਪੂਰਾ ਹੈ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਇੱਕੋ ਹੀ ਹੈ ਜਿਹੜਾ ਪੂਰਾ ਹੈ। ਉਸ ਪੂਰੇ ਦੇ ਅਸੀਂ ਗੁਣ ਗਾਉਣੇ ਆ, ਪੂਰੇ ਦੇ ਨਾਮ ਦਾ ਸਿਮਰਨ ਕਰਨਾ। ਸਾਹਿਬ ਜੀ ਕਹਿੰਦੇ ਉਸ ਅਕਾਲ ਪੁਰਖ ਨੂੰ ਸਿਮਰਨਾ ਕਰੋ। ਤੁਹਮ ਲੋਕ ਮੈਂ ਆਵੇ ਕਾਮੂ। ਜੇ ਅਸੀਂ ਪਰਮੇਸ਼ਵਰ ਦੇ ਸੱਚੇ ਨਾਮ ਨੂੰ ਸਿਮਰਾਂਗੇ ਤਾਂ ਉਹ ਦੋ ਲੋਕਾਂ ਵਿੱਚ ਕੰਮ ਆਉਂਦਾ ਹੈ, ਲੋਕ ਵਿੱਚ ਵੀ ਪਰਲੋਕ ਦੇ ਵਿੱਚ ਵੀ। ਉਹ ਦੋ ਲੋਕਾਂ ਵਿੱਚ ਪਰਮੇਸ਼ਵਰ ਦਾ ਨਾਮ ਕੰਮ ਆਉਂਦਾ ਹੈ। ਤਜ ਸਰੇਵਰੇ ਕੀ ਅਬ ਸੇਵਾ। ਮਹਾਰਾਜ ਕਹਿੰਦੇ ਜਿਹਨੂੰ ਤੁਸੀਂ ਆਪਣਾ ਸਭ ਕੁਝ ਮੰਨੀ ਬੈਠੇ ਹੋ ਨਾ, ਉਹ ਅਧੂਰਾ ਹੈ। ਉਹ ਆਪਣਾ ਘਰ ਭਰਨ ਵਾਸਤੇ ਤੁਹਾਨੂੰ ਆਪਣੇ ਮਗਰ ਲਾ ਕੇ ਬੈਠਾ ਹੈ। ਅਸਲ ਵਿੱਚ ਉਹਦੇ ਕੋਲ ਕੋਈ ਕਲਾ ਨਹੀਂ। ਤੁਹਾਡੇ ਮਨਾਂ ਵਿੱਚ ਭਰਮ ਪੈਦਾ ਹੋ ਗਿਆ, ਤੁਹਾਨੂੰ ਪਰਮੇਸ਼ਵਰ ਦੀ ਸੋਝੀ ਨਹੀਂ, ਜਿਸ ਕਰਕੇ ਉਹ ਆਪਣਾ ਘਰ ਭਰਨ ਵਾਸਤੇ ਤੁਹਾਨੂੰ ਆਪਣੇ ਅਧੂਰੇ ਮੰਤਰ ਨਾਲ ਜੋੜਦਾ ਹੈ। ਤੁਹਾਨੂੰ ਉਹ ਜਿਹੜਾ ਨਾਮ ਉਹਦਾ ਦਿੱਤਾ ਉਹ ਛੱਡ ਕੇ ਸੱਚੇ ਨਾਮ ਦਾ ਸਿਮਰਨ ਕਰਨਾ ਪਵੇਗਾ। ਜਾਚੋ ਏਕ ਓੰਕਾਰ ਅਪੇਵਾ। ਮਹਾਰਾਜ ਕਹਿੰਦੇ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਚਰਨਾਂ ਦਾ ਆਸਰਾ ਲੈ ਕੇ ਉਹਦੇ ਅੱਗੇ ਜਾਚਨਾ ਕਰੋ, ਉਹਦੇ ਅੱਗੇ ਮੰਗਣਾ ਕਰੋ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ, ਰਾਮ ਸਾਰੇ ਸੰਸਾਰ ਦਾ ਦਾਤਾ ਇੱਕ ਅਕਾਲ ਪੁਰਖ ਪਰਮੇਸ਼ਵਰ ਹੈ। ਚਹੁ ਹਿਰਦੈ ਜੋ ਪਾਵੈ ਸੋ। ਜਦੋਂ ਤੁਸੀਂ ਉਹਦੇ ਨਾਮ ਦੀ ਆਰਾਧਨਾ ਕਰੋਗੇ, ਜੋ ਚਾਹੋਗੇ ਉਹ ਪਾ ਲਵੋਗੇ। ਬਹੁਰੇ ਨਾ ਚਿੰਤਾ ਵਿਆਪਹਿ ਕੋ। ਫਿਰ ਤੁਹਾਨੂੰ ਇਹ ਚਿੰਤਾ ਸਤਾਏਗੀ ਨਹੀਂ। ਤੁਸੀਂ ਇੱਕ ਦੇ ਨਾਲ ਜੁੜੋ ਜੋ ਸਾਰੀ ਦੁਨੀਆ ਦਾ ਮਾਲਕ ਹੈ, ਸਾਰੀ ਦੁਨੀਆ ਨੂੰ ਪਾਲਣ ਵਾਲਾ ਹੈ, ਸਾਰੀ ਦੁਨੀਆ ਨੂੰ ਸੰਭਾਲਣ ਵਾਲਾ ਹੈ। ਜਦੋਂ ਤੁਸੀਂ ਉਹਦੇ ਨਾਮ ਨਾਲ ਜੁੜੋਗੇ ਫਿਰ ਚਿੰਤਾ ਸਤਾਵੇਗੀ ਨਹੀਂ। ਕਰਹੁ ਅਡੋਲੰ ਸ਼ਰਧਾ ਜੀ ਕੀ। ਅਡੋਲ ਰਹਿ ਕੇ ਉਹਦੀ ਸ਼ਰਧਾ ਭਰੋਸਾ ਆਪਣੇ ਮਨ ਵਿੱਚ ਬਣਾਓ, ਉਸ ਮਾਲਕ ਤੇ ਭਰੋਸਾ ਰੱਖੋ ਔਰ ਅਡੋਲ ਰਹਿਣਾ ਕਰੋ। ਕਰਹੁ ਤੇ ਹਾਵਲ ਅਬ ਬਿਦਨੀ ਕੀ। ਇਸ ਲਈ ਕੀ ਕਰੀਏ? ਮਹਾਰਾਜ ਜੀ ਕਹਿੰਦੇ ਤਿਹਾਵਲ ਕੜਾ ਪ੍ਰਸ਼ਾਦ ਜਿਹੜਾ ਉਹ ਤਿਆਰ ਕਰੋ। ਦੇਖੋ ਗੁਰੂ ਸਾਹਿਬ ਮਹਾਰਾਜ ਨੇ ਜਿੱਥੇ ਪਰਮੇਸ਼ਵਰ ਦਾ ਨਾਮ ਦਿੱਤਾ ਸੱਚੀ ਬਾਣੀ ਦੇ ਰਾਹੀਂ, ਉੱਥੇ ਮਹਾਰਾਜ ਨੇ ਸਾਨੂੰ ਇੱਕ ਅਰਦਾਸ ਵੀ ਦਿੱਤੀ ਹੈ ਵੀ ਭਰੋਸੇ ਨਾਲ ਅਰਦਾਸ ਕਰੋ, ਤੇ ਉੱਥੇ ਨਾਲ ਨਾਲ ਸਾਨੂੰ ਇੱਕ ਕੜਾ ਪ੍ਰਸ਼ਾਦ ਦੀ ਬਖਸ਼ਿਸ਼ ਵੀ ਦਿੱਤੀ ਹੈ। ਇੱਕੋ ਇੱਕ ਕੜਾ ਪ੍ਰਸ਼ਾਦ ਹੈ ਜੋ ਅਰਦਾਸ ਦੇ ਵਿੱਚ ਪ੍ਰਵਾਨ ਹੁੰਦਾ ਹੈ। ਇੱਕੋ ਇੱਕ ਕੜਾ ਪ੍ਰਸ਼ਾਦ ਹੈ ਜਿਹਨੂੰ ਸ੍ਰੀ ਸਾਹਿਬ ਭੇਟ ਕੀਤਾ ਜਾਂਦਾ ਹੈ, ਔਰ ਇੱਕੋ ਇੱਕ ਇਹ ਕੜਾ ਹੈ ਜਿਹਨੂੰ ਪ੍ਰਸ਼ਾਦ ਕਿਹਾ ਜਾਂਦਾ ਹੈ। ਇਹਦੀ ਜਦੋਂ ਇਹ ਤਿਆਰ ਹੁੰਦਾ ਹੈ ਉਦੋਂ ਵੀ ਅਸੀਂ ਧਿਆਨ ਰੱਖਣਾ, ਤੇ ਜਦੋਂ ਇਹ ਵਰਤਾਇਆ ਜਾਂਦਾ ਹੈ ਉਦੋਂ ਵੀ ਧਿਆਨ ਰੱਖਣਾ, ਤੇ ਜਿਹਨੇ ਛਕਣਾ ਹੈ ਉਹ ਵੀ ਧਿਆਨ ਰੱਖੇ ਕਿ ਅਸੀਂ ਕੜਾ ਪ੍ਰਸ਼ਾਦ ਦੀ ਬੇਅਦਬੀ ਨਹੀਂ ਕਰਨੀ, ਦੁਰਵਰਤੋਂ ਨਾ ਹੋਵੇ। ਇਹ ਨਹੀਂ ਕਿ ਭਰ ਕੇ ਕੜਾ ਪ੍ਰਸ਼ਾਦ ਲੈ ਲਿਆ ਮੁੜ ਕੇ ਛਕਿਆ ਨਾ ਤੇ ਕਿਤੇ ਆਸੇ-ਪਾਸੇ ਰੱਖ ਦਿੱਤਾ। ਇਹ ਕੜਾ ਪ੍ਰਸ਼ਾਦ ਹੈ ਜੋ ਅਸੀਂ ਅਰਦਾਸ ਵਿੱਚ ਗੁਰੂ ਸਾਹਿਬ ਜੀ ਨੂੰ ਪ੍ਰਵਾਨ ਕਰਾਉਂਦੇ ਹਾਂ। ਇਸ ਲਈ ਇਹਨੂੰ ਤਿਆਰ ਕਰਨ ਲੱਗਿਆਂ ਵੀ ਸਾਨੂੰ ਬੜਾ ਧਿਆਨ ਰੱਖਣਾ ਪੈਣਾ। ਤੇ ਜਦੋਂ ਅਸੀਂ ਤਿਆਰ ਕਰ ਰਹੇ ਹਾਂ, ਸਵੱਛ ਥਾਂ ਹੋਵੇ, ਸਵੱਛ ਭਾਂਡੇ ਹੋਣ, ਤੇ ਸਾਡੇ ਮੁੱਖ ਵਿੱਚ ਰੱਬੀ ਬਾਣੀ ਦਾ ਜਾਪ ਹੋਵੇ, ਕੋਈ ਸ਼ਬਦ ਕੰਠ ਹੈ ਉਹ ਹੋਵੇ, ਜਪਜੀ ਸਾਹਿਬ ਦਾ ਪਾਠ ਹੋਵੇ ਜਾਂ ਵਾਹਿਗੁਰੂ ਦਾ ਜਾਪ ਹੋਵੇ। ਐਸਾ ਨਹੀਂ ਕਿ ਆਪਾਂ ਕੜਾ ਪ੍ਰਸ਼ਾਦ ਤਿਆਰ ਕਰ ਰਹੇ ਹਾਂ ਤੇ ਨਾਲ ਨਾਲ ਦੁਨੀਆ ਦੀਆਂ ਗੱਲਾਂ ਕਰ ਰਹੇ ਹਾਂ, ਜਾਂ ਸਾਡਾ ਧਿਆਨ ਜਿਹੜਾ ਹੋਰ ਪਾਸੇ ਜਾਂ ਮੁੱਖ ਤੋਂ ਬੋਲ ਹੋਰ ਨਿਕਲ ਰਿਹਾ। ਨਹੀਂ, ਇਹ ਪ੍ਰਸ਼ਾਦ ਤਿਆਰ ਕਰਨ ਲੱਗਿਆਂ ਇਹ ਧਿਆਨ ਰੱਖਣਾ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਪ੍ਰਵਾਨ ਹੋਣਾ ਹੈ। ਇਹ ਕਿਸੇ ਬੰਦੇ ਨੂੰ ਪ੍ਰਵਾਨ ਨਹੀਂ ਕਰਾਉਣਾ ਸੀ। ਇਸ ਲਈ ਇਹਦਾ ਬੜਾ ਸਾਨੂੰ ਧਿਆਨ ਜਿਹੜਾ ਉਹ ਰੱਖਣਾ। ਗੁਰੂ ਸਾਹਿਬ ਜੀ ਕਹਿੰਦੇ ਕੜਾ ਹੁਣੇ ਨਾ ਲੋਕਾਂ ਨੂੰ ਤੇ ਪਰਮਾਤਮਾ ਦਾ ਨਹੀਂ ਪਤਾ ਕੜਾ ਪ੍ਰਸ਼ਾਦ ਕਿਵੇਂ ਤਿਆਰ ਕਰਨਾ ਹੈ, ਇਹ ਕਿਵੇਂ ਪਤਾ ਹੋਏਗਾ? ਗੁਰੂ ਸਾਹਿਬ ਮਹਾਰਾਜ ਜੀ ਨੇ ਆਪ ਇਹਨਾਂ ਨੂੰ ਸਾਰਿਆਂ ਨੂੰ ਸਿਖਾਉਣਾ ਹੈ, ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਦੇ ਰਾਹੀਂ। ਵੀ ਕੜਾ ਪ੍ਰਸ਼ਾਦ ਜਿਹੜੀ ਹੈ ਕਿੰਨੀ ਸਮੱਗਰੀ ਚਾਹੀਦੀ ਹੈ, ਰਸਤ ਚਾਹੀਦੀ ਹੈ, ਔਰ ਕਿਵੇਂ ਇਹਨੂੰ ਤਿਆਰ ਕਰਨਾ ਹੈ। ਹਜੇ ਮਹਾਰਾਜ ਜੀ ਨੇ ਆਖਿਆ ਵੀ ਕੜਾ ਪ੍ਰਸ਼ਾਦ ਜੋ ਹੈ ਉਹ ਤਿਆਰ ਕੀਤਾ ਜਾਵੇ। ਜਬ ਅਰਦਾਸ ਕਰੋਗੇ ਤਾਂ ਕੀ। ਕੜਾ ਪ੍ਰਸ਼ਾਦ ਤਿਆਰ ਕਰਕੇ ਜਦੋਂ ਅਕਾਲ ਪੁਰਖ ਜੀ ਅੱਗੇ ਅਰਦਾਸ ਕਰੋਗੇ ਬਰਖੈ ਬਰਖਾ ਮਿਤਨੈ ਜਾ ਕੀ। ਤਾਂ ਉਹ ਪ੍ਰਸੰਨ ਹੋ ਕੇ ਕਹਿੰਦੇ ਨੇ ਜ਼ਰੂਰ ਤੁਹਾਡੀ ਅਰਦਾਸ ਸੁਣਨਗੇ ਤੇ ਬਰਸਾਤ ਹੋਵੇਗੀ। ਇਹ ਵਿਦ ਸੁਣ ਕੇ ਗੁਰੂ ਸਮੀਪਾ। ਜਿੰਨੇ ਵੀ ਸਮੀਪ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠੇ ਨੇ ਉਹਨਾਂ ਸਾਰਿਆਂ ਨੇ ਗੁਰੂ ਸਾਹਿਬ ਦੇ ਬਚਨ ਸੁਣੇ ਹਨ। ਨਾਰੇ ਚੱਲ ਗਏ ਨਿਕਟ ਅਵਨੀਪਾ। ਗੁਰੂ ਨਾਨਕ ਸਾਹਿਬ ਜੀ ਦੀ ਗੱਲ ਸੁਣ ਕੇ ਸਾਰੇ ਦੇ ਸਾਰੇ ਲੋਕ, ਅਵਨੀਪਾ ਦਾ ਅਰਥ ਹੈ ਜੋ ਇਸ ਇਲਾਕੇ ਦਾ ਰਾਜਾ ਹੈ, ਸਾਰੇ ਚੱਲ ਕੇ ਉਸ ਰਾਜੇ ਕੋਲ ਆਏ ਹਨ। ਸਰਬ ਬਿਰਤਾਂਤ ਕਬੈ ਕਹਿ ਦੀਨਾ। ਸਾਰਾ ਬਿਰਤਾਂਤ ਰਾਜੇ ਨੂੰ ਆ ਕੇ ਦੱਸਿਆ ਵੀ ਬਾਹਰ ਇੱਕ ਫਕੀਰ ਆਇਆ, ਅਸੀਂ ਚਿੰਤਾ ਦੇ ਵਸ ਹੋ ਕੇ ਗਏ ਸੀ, ਉਹਨਾਂ ਨੇ ਸਾਡੀ ਚਿੰਤਾ ਦਾ ਕਾਰਨ ਪੁੱਛਿਆ, ਅਸੀਂ ਦੱਸਿਆ ਤੇ ਅੱਗੋਂ ਉਹਨਾਂ ਨੇ ਆਹ ਗੱਲ ਆਖੀ ਹੈ। ਇਤ ਸੋ ਮਿਲੇ ਤੇ ਹਾਵਲ ਕੀਨਾ। ਕਹਿਣ ਲੱਗੇ ਰਾਜਾ ਮੰਨ ਗਿਆ। ਉਹਨੇ ਆਖਿਆ ਠੀਕ ਹੈ, ਜੇ ਬਰਸਾਤ ਹੋਵੇ ਤੇ ਸਾਡੀ ਖੇਤੀ ਜਿਹੜੀ ਹੈ ਇਹ ਫਸਲ ਬਚ ਜਾਏ ਤੇ ਸਾਡਾ ਇਹ ਜਿਹੜਾ ਇਹ ਦੇਸ਼ ਖੁਸ਼ਹਾਲ ਹੋ ਜਾਏਗਾ, ਸਾਡਾ ਤੇ ਦੇਸ਼ ਖੁਸ਼ਹਾਲ ਹੋਣਾ ਚਾਹੀਦਾ ਹੈ। ਉਹਨੇ ਆਖਿਆ ਠੀਕ ਹੈ, ਫਿਰ ਜਿਵੇਂ ਉਹ ਕਹਿੰਦੇ ਆ ਉਵੇਂ ਕਰੋ। ਫਿਰ ਆਖਿਆ ਵੀ ਮਹਾਰਾਜ ਦੱਸੋ ਕੜਾ ਪ੍ਰਸ਼ਾਦ ਕੀ ਹੁੰਦਾ ਹੈ, ਕਿਵੇਂ ਤਿਆਰ ਹੁੰਦਾ ਹੈ? ਉਹ ਸਾਰਾ ਫਿਰ ਮਹਾਰਾਜ ਜੀ ਨੇ ਦੱਸਿਆ ਹੈ ਕਿ ਅਰਦਾਸ ਜਬੈ ਕਰ ਜੋਰੀ। ਕੜਾ ਪ੍ਰਸ਼ਾਦ ਜਿਹੜਾ ਇਹ ਜਦੋਂ ਤਿਆਰ ਹੋਇਆ, ਤਿਆਰ ਹੋ ਕੇ ਕਹਿੰਦੇ ਨੇ ਫਿਰ ਜਦੋਂ ਉਸ ਮਾਲਕ ਅੱਗੇ ਦੋਏ ਕਰ ਜੋੜ ਕਰੋ ਅਰਦਾਸ ਤੁਧ ਪਾਵੇ ਤਾਂ ਆਣੇ ਰਾਸ। ਕਹਿੰਦੇ ਨੇ ਅਰਦਾਸ ਮਾਲਕ ਵਾਹਿਗੁਰੂ ਜੀ ਅੱਗੇ ਕੀਤੀ ਹੈ। ਤਬ ਹੀ ਉਠੀ ਘਟਾ ਕਨ ਕੋਰੀ। ਹੁਣ ਅਰਦਾਸ ਭਰੋਸੇ ਦੀ ਹੋਣੀ ਚਾਹੀਦੀ ਹੈ, ਅਰਦਾਸ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ। ਕਈ ਵਾਰ ਬੰਦਾ ਕਹਿ ਦਿੰਦਾ ਹੈ ਕਿ ਅਰਦਾਸ ਕਰਵਾ ਦਿੱਤੀ ਹੈ, ਦੇਖੋ ਕਦੇ ਸੁਣੀ ਜਾਂਦੀ ਹੈ, ਕਦੋਂ ਸੁਣੀ ਜਾਂਦੀ ਹੈ। ਇਹਦਾ ਮਤਲਬ ਹਜੇ ਪੂਰਨ ਭਰੋਸਾ ਨਹੀਂ ਹੈ। ਭਰੋਸਾ ਹੁੰਦਾ ਤੇ ਮਾਲਕ ਅੱਗੇ ਅਰਦਾਸ ਕੀਤੀ ਹੈ ਜ਼ਰੂਰ ਪ੍ਰਵਾਨ ਹੋਏਗੀ, ਜ਼ਰੂਰ ਸੁਣੇਗੀ। ਕਿਉਂਕਿ ਜੇ ਮਾਲਕ ਨਹੀਂ ਸਾਡੀ ਅਰਦਾਸ ਸੁਣਨਗੇ ਫਿਰ ਸੁਣੇਗਾ ਕੌਣ? ਕਹਿੰਦੇ ਨੇ ਅਰਦਾਸ ਉਹਦੇ ਵਿੱਚ ਧਿਆਨ ਰੱਖਿਓ ਆਪ ਗੁਰੂ ਨਾਨਕ ਸਾਹਿਬ ਮੌਜੂਦ ਨੇ, ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਆਪ ਅਕਾਲ ਪੁਰਖ ਮੌਜੂਦ ਨੇ। ਕਹਿੰਦੇ ਜਦੋਂ ਹੀ ਅਰਦਾਸ ਜਿਹੜੀ ਆ ਹੋਈ ਹੈ ਉਸੇ ਵੇਲੇ ਆਸਮਾਨ ਤੇ ਕਾਲੀ ਘਟਾ ਛਾਈ ਹੈ। ਬਾਰਿ ਤਰਾ ਪਰ ਪਰਿਓ ਬੇਸਾਲਾ। ਉਸੇ ਵੇਲੇ ਕਹਿੰਦੇ ਨੇ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਗੁਰੂ ਨਾਨਕ ਜੀ ਦੀ ਵਡਿਆਈ ਕਿਉਂ? ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਰਸਤਾ ਦੱਸਿਆ ਹੈ, ਸਾਨੂੰ ਮਾਰਗ ਦੱਸਿਆ ਹੈ ਕਿ ਅਰਦਾਸ ਹਮੇਸ਼ਾ ਇੱਕ ਅਕਾਲ ਪੁਰਖ ਜੀ ਦਾ ਧਿਆਨ ਹੀ ਧਰ ਕੇ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਅਰਦਾਸ ਕਰੋਗੇ, ਸੁਖ ਦਾਤਾ ਪੈ ਭੰਜਨੋ ਤਿਸ ਆਗਿਆ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ। ਤੇ ਕਾਰਜ ਕਿਵੇਂ ਨਹੀਂ ਰਸ ਹੋਏਗਾ?
ਇਸ ਲਈ ਸਤਿਗੁਰੂ ਮਹਾਰਾਜ ਜੀ ਦੇ ਰਾਹੀਂ ਜਦੋਂ ਅਰਦਾਸ ਹੋਈ, ਕਹਿੰਦੇ ਕਿਰਪਾ ਹੋ ਗਈ, ਉਸੇ ਵੇਲੇ ਬਰਸਾਤ ਹੋਈ ਹੈ। ਹਰਿਖ ਪਇਓ ਸਭ ਕੋ ਤੇ ਕਾਲਾ। ਉਸ ਵੇਲੇ ਫਿਰ ਕੜਾਹ ਪ੍ਰਸ਼ਾਦ ਜਿਹੜਾ ਸੀ ਉਹ ਸਾਰਿਆਂ ਦੇ ਵਿੱਚ ਵਰਤਾਉਣਾ ਕੀਤਾ, ਸਾਰਿਆਂ ਦੇ ਹਿਰਦੇ ਖੁਸ਼ੀ ਦੇ ਨਾਲ ਖਿੜ ਗਏ ਹਨ। ਰੂਪ ਪ੍ਰਜਾਯੁਤ ਗੁਰੂ ਅਗਾਰੀ। ਹੁਣ ਉਹ ਜਿਹੜਾ ਇਸ ਇਲਾਕੇ ਦਾ ਰਾਜਾ ਹੈ ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਹੋਇਆ ਹੈ ਆਏ ਨਮੋ ਕੀਏ ਬਿਨੈ ਉਚਾਰੀ। ਔਰ ਹੱਥ ਜੋੜ ਕੇ ਸੀਸ ਨਵਾ ਕੇ ਨਮਸਕਾਰ ਕਰਦਿਆਂ ਇਸ ਇਲਾਕੇ ਦੇ ਰਾਜੇ ਨੇ ਆਖਣਾ ਕੀਤਾ, ਤੁਮ ਆਨੰਦ ਕੇ ਕੰਦ ਮੁਕੰਦਾ। ਮਹਾਰਾਜ ਜੀ ਤੁਸੀਂ ਖੁਸ਼ੀਆਂ ਦੇ ਮਾਲਕ ਹੋ, ਮੁਕਤੀ ਦੇ ਦਾਤਾ ਹੋ, ਸਭ ਜਗ ਬੰਦ ਦੁਤੀਏ ਜਗ ਛੰਦਾ। ਸਾਰੇ ਜਗਤ ਨੂੰ ਸੰਭਾਲਣ ਵਾਲੇ, ਪਾਲਣ ਵਾਲੇ, ਸਾਰੇ ਹੀ ਬਖਸ਼ਿਸ਼ਾਂ ਦੇ ਮਾਲਕ ਹੋ। ਨਿਜ ਉਪਦੇਸ਼ ਦੀਜੀਏ ਅਬਹੀ। ਹੁਣ ਰਾਜੇ ਦੇ ਸਮੇਤ ਜਿੰਨੇ ਵੀ ਲੋਕ ਸੀ ਉਹ ਸਾਰੇ ਹੀ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਕਹਿੰਦੇ ਆ ਕਿ ਤੁਹਾਡੇ ਦੱਸੇ ਮੁਤਾਬਕ ਜੋ ਅਸੀਂ ਬੇਨਤੀ ਅਰਦਾਸ ਕੀਤੀ ਉਸ ਮਾਲਕ ਨੇ ਸੁਣੀ, ਜਿਸ ਮਾਲਕ ਬਾਰੇ ਤੁਸੀਂ ਦੱਸਿਆ। ਜਦੋਂ ਮਾਲਕ ਨੇ ਸੁਣੀ ਹੈ ਤੇ ਸਾਡੇ ਲਈ ਤੇ ਸਾਡਾ ਸਭ ਕੁਝ ਤੁਸੀਂ ਹੋ, ਇਸ ਲਈ ਸਾਡੇ ਤੇ ਇੱਕ ਕਿਰਪਾ ਕਰੋ, ਆਪਣਾ ਉਪਦੇਸ਼ ਦੇ ਕੇ ਸਾਨੂੰ ਆਪਣੇ ਚਰਨਾਂ ਦੇ ਸੇਵਕ ਬਣਾ ਲਓ। ਕਰੋ ਸਿੱਖ ਸੇਵ ਹੈ ਹਮ ਸਭ ਹੀ। ਅਸੀਂ ਤੁਹਾਡੇ ਕੋਲੋਂ ਸਿੱਖ ਸਿੱਖਿਆ ਲੈਣਾ ਚਾਹੁੰਦੇ ਹਾਂ, ਅਸੀਂ ਤੁਹਾਡੇ ਚਰਨਾਂ ਦੇ ਵਿੱਚ ਜੁੜਨਾ ਚਾਹੁੰਦੇ ਹਾਂ। ਕਲਾ ਬਿਸਾਲ ਬਿਲੋਕ ਤੁਮਾਰੀ। ਅਸੀਂ ਬਿਲੋਕ ਮੈਨੇ ਦੇਖਣਾ, ਅਸੀਂ ਦੇਖ ਲਿਆ ਵੀ ਤੁਸੀਂ ਕਲਾਵਾਨ ਹੋ, ਭਾਵ ਤੁਸੀਂ ਬਖਸ਼ਿਸ਼ਾਂ ਦੇ ਮਾਲਕ ਹੋ। ਸ਼ਰਨ ਗਈ ਅਬ ਕਰੋ ਸੰਭਾਰੀ। ਤੁਹਾਡੀ ਸ਼ਰਨ ਦੇ ਵਿੱਚ ਆ ਗਏ ਹਾਂ, ਹੁਣ ਸਾਰਿਆਂ ਨੂੰ ਤੁਸੀਂ ਹੀ ਸੰਭਾਲਣਾ ਹੈ ਤਾਂ ਕਿ ਅਸੀਂ ਫਿਰ ਦੁਬਾਰਾ ਭਟਕ ਨਾ ਜਾਈਏ, ਅਧੂਰੇ ਮਗਰ ਨਾ ਲੱਗ ਜਾਈਏ, ਅਧੂਰਿਆਂ ਅੱਗੇ ਝੁਕ ਨਾ ਜਾਈਏ, ਤੁਸੀਂ ਹੀ ਸਾਨੂੰ ਸੰਭਾਲਣਾ ਹੈ। ਸਤਨਾਮ ਉਪਦੇਸ਼ ਕਰ ਕਾਟੇ ਬੰਦ ਵਿਸਾਲ। ਉਸੇ ਵੇਲੇ ਫਿਰ ਮਹਾਰਾਜ ਨੇ ਦੇਖਿਆ ਵੀ ਸਾਰੇ, ਕਿਉਂਕਿ ਗੁਰੂ ਸਾਹਿਬ ਦਾ ਮਕਸਦ ਹੀ ਇਹ ਹੈ ਕਿ ਅਧੂਰੇ ਦੇ ਨਾਲੋਂ ਅਲੱਗ ਕਰਕੇ ਪੂਰੇ ਪਰਮੇਸ਼ਵਰ ਦੇ ਨਾਮ ਨਾਲ ਜੁੜਨਾ, ਜਿਹਨੇ ਪੈਦਾ ਕੀਤਾ, ਜਿਹਨੇ ਸਿਰਜਣਾ ਕੀਤੀ, ਜੋ ਪਾਲਣਹਾਰ, ਜੋ ਸੰਭਾਲਣ ਵਾਲਾ ਹੈ, ਉਸ ਅਕਾਲ ਪੁਰਖ ਦੇ ਨਾਲ ਜੁੜਨਾ। ਕਹਿੰਦੇ ਮਨਾਂ ਦਾ ਭਰਮ ਮਿਟਾ ਕੇ ਸੱਚੇ ਨਾਮ ਦਾ ਉਪਦੇਸ਼ ਦਿੱਤਾ ਹੈ। ਹੁਣ ਸਰੇਵਰਾ ਲੱਜਾ ਧਰ ਕੇ। ਹੁਣ ਜਦੋਂ ਦੇਖਿਆ ਵੀ ਰਾਜਾ ਤੇ ਪ੍ਰਜਾ ਸਾਰੇ ਹੀ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਆ ਕੇ ਜੁੜ ਗਏ, ਇਹ ਜਿਹੜਾ ਇਸ ਨਗਰ ਦਾ ਸਰੇਵੜਾ ਸੀ ਨਾ, ਇਹ ਕਹਿੰਦੇ ਲੱਜਾ ਦਾ ਅਰਥ ਹੈ ਸ਼ਰਮਿੰਦਾ ਹੋਇਆ, ਵੀ ਬੜੀ ਇਹਨੂੰ ਸ਼ਰਮ ਮਹਿਸੂਸ ਹੋਈ ਆਪਣੇ ਆਪ ਨੂੰ ਵੀ ਸਾਰਾ ਇਲਾਕਾ ਰਾਜੇ ਸਮੇਤ ਮੇਰੇ ਕੋਲ ਆ ਕੇ ਮੇਰੇ ਦਿੱਤੇ ਹੋਏ ਮੰਤਰ ਨੂੰ ਜਪਦੇ ਰਹੇ ਨੇ, ਪਰ ਅੱਜ ਕਿਹੜਾ ਇਸ ਇਲਾਕੇ ਵਿੱਚ ਆ ਗਿਆ ਕਿ ਸਾਰੇ ਦੇ ਸਾਰੇ ਰਾਜੇ ਦੇ ਸਮੇਤ ਉਹਦੇ ਚਰਨਾਂ ਵਿੱਚ ਜਾ ਕੇ ਜੁੜ ਗਏ। ਇਹਨੂੰ ਆਪਣੇ ਆਪ ਦੇ ਵਿੱਚ ਬੜੀ ਸ਼ਰਮ ਮਹਿਸੂਸ ਹੋਈ ਹੈ। ਆਓ ਚਰਚਾ ਹੇਤ ਵਿਚਰ ਕੇ। ਕਹਿੰਦੇ ਨੇ ਇਹ ਸੋਚ ਕੇ ਆਇਆ ਕਿ ਮੈਂ ਦੇਖਾਂ ਤਾਂ ਸਹੀ ਕੌਣ ਹੈ, ਉਹਦੇ ਨਾਲ ਚਰਚਾ ਕਰਕੇ ਆਵਾਂ ਕਿ ਉਹ ਮੇਰੇ ਤੋਂ ਵੀ ਵੱਧ ਗੁਣਾਂ ਵਾਲਾ, ਮੇਰੇ ਤੋਂ ਵੀ ਵੱਧ ਉਹਦੇ ਕੋਲ ਗੁਣ ਨੇ, ਜੋ ਮੇਰੇ ਕੋਲ ਬਖਸ਼ਿਸ਼ ਨਹੀਂ ਜੋ ਉਹਦੇ ਕੋਲ ਹੈ। ਕਹਿੰਦੇ ਚਰਚਾ ਕਰਨ ਵਾਸਤੇ, ਭਾਵ ਵਿਚਾਰ ਕਰਨ ਵਾਸਤੇ ਇਹ ਚੱਲ ਕੇ ਗੁਰੂ ਨਾਨਕ ਸਾਹਿਬ ਕੋਲ ਆਇਆ ਹੈ। ਬੈਠ ਸਮੀਪ ਕਹੀ ਨਿਜ ਗਾਥਾ। ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਕੇ ਬੈਠ ਗਿਆ ਔਰ ਬੈਠ ਕੇ ਆਪਣੀ ਸਾਰੀ ਗਾਥਾ ਇਹਨੇ ਦੱਸੀ ਵੀ ਅੱਜ ਤੱਕ ਮੈਂ ਮੰਤਰ ਪੜ੍ਹਦਾ ਰਿਹਾ, ਮੈਂ ਜਾਪ ਕਰਦਾ। ਇੱਕ ਗੱਲ ਨੋਟ ਕਰਿਓ, ਗੁਰੂ ਨਾਨਕ ਸਾਹਿਬ ਜੀ ਨੇ ਕਿਤੇ ਨਹੀਂ ਆਖਿਆ ਵੀ ਮੈਂ ਮੰਤਰ ਜਪਦਾ, ਮੈਂ ਮੰਤਰ ਪੜ੍ਹਦਾ। ਗੁਰੂ ਸਾਹਿਬ ਨੇ ਇੱਕੋ ਗੱਲ ਆਖੀ ਆ ਵੀ ਉਸ ਅਕਾਲ ਪੁਰਖ ਦਾ ਨਾਮ ਜਪੋ। ਅਸੀਂ ਮੰਤਰ ਕਹਿੰਦੇ ਆ, ਪਰ ਕਹਿੰਦੇ ਆ ਮੂਲ ਮੰਤਰ। ਮੂਲ ਦਾ ਅਰਥ ਪਰਮੇਸ਼ਵਰ, ਜਿਹਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਜੇ ਨਾਮ ਜਪਾਇਆ ਤੇ ਮਹਾਰਾਜ ਕਹਿੰਦੇ ਨੇ ਜੇ ਬਾਣੀ ਦਿੱਤੀ ਆ ਤਾਂ ਵੀ ਆਖਿਆ ਮੇਰੀ ਨਹੀਂ, ਇਹ ਖਸਮ ਦੀ ਬਾਣੀ ਹੈ, ਇਹ ਧੁਰ ਕੀ ਬਾਣੀ ਹੈ, ਖਸਮ ਕੀ ਬਾਣੀ ਹੈ। ਆਪਣਾ ਜ਼ਿਕਰ ਕਿਤੇ ਵੀ ਨਹੀਂ ਕੀਤਾ, ਪਰ ਇਹ ਆ ਕੇ ਕਹਿੰਦਾ ਵੀ ਮੈਂ ਇੱਥੋਂ ਦਾ ਮੁਰਸ਼ਿਦ ਹਾਂ, ਇਹ ਮੈਨੂੰ ਸਾਰੇ ਮੰਨਦੇ ਆ, ਮੈਂ ਇਹਨਾਂ ਨੂੰ ਮੰਤਰ ਜਪਾਉਣਾ ਹਾਂ, ਇਹ ਮੇਰੇ ਮੰਤਰ ਮਗਰ ਸਾਰੇ ਚੱਲਣ ਵਾਲੇ ਨੇ। ਪਰ ਅੱਜ ਕੀ ਹੋ ਗਿਆ ਜੋ ਸਾਰੇ ਤੁਹਾਡੇ ਕੋਲ ਆ ਗਏ, ਤੁਸੀਂ ਕਿਹੜਾ ਇਹਨਾਂ ਨੂੰ ਮੰਤਰ ਜਿਹੜਾ ਉਹ ਦੇ ਦਿੱਤਾ ਜਿਹਦੇ ਨਾਲ ਤੁਹਾਡੇ ਕੋਲ ਆ ਕੇ ਜੁੜ ਗਏ। ਸਤਿਗੁਰੂ ਮਹਾਰਾਜ ਨੇ ਫਿਰ ਉੱਥੇ ਇੱਕ ਸ਼ਬਦ ਉਚਾਰਨ ਕੀਤਾ। ਸਤਿਗੁਰੂ ਮਹਾਰਾਜ ਜੀ ਸ਼ਬਦ ਉਚਾਰਦੇ ਹਨ। ਤਬ ਸ਼ਲੋਕ ਉਚਰਿਓ ਜਗਨਾਥਾ। ਸ਼ਲੋਕ ਦੇ ਰੂਪ ਵਿੱਚ ਇਹ ਸ਼ਬਦ ਉਚਾਰਿਆ ਹੈ। ਸ਼ਲੋਕ ਮਹਲਾ ਪਹਿਲਾ। ਸਿਰ ਖੁਹਾਏ ਪੀਏ ਮਲਵਾਣੀ, ਝੂਠਾ ਮੰਗ ਮੰਗ ਖਾਹੀ। ਮਹਾਰਾਜ ਜੀ ਕਹਿੰਦੇ ਆ ਤੂੰ ਆਪਣੇ ਜੀਵਨ ਅੰਦਰ ਝਾਤ ਮਾਰ ਕੇ ਵੇਖ, ਕਿਉਂਕਿ ਸਰੇਵਰੇ ਇਹ ਬੁੱਧੀ ਜਨੀਆਂ ਦੇ ਵਿੱਚੋਂ, ਕਿਉਂਕਿ ਵੱਖ-ਵੱਖ ਅਵਸਥਾਵਾਂ ਨੇ, ਜਿਵੇਂ ਜੋਗੀਆਂ ਦੇ 12 ਫਿਰਕੇ ਨੇ, ਉਹਨਾਂ ਵਿੱਚੋਂ ਹੀ ਇੱਕ ਫਿਰਕਾ ਸਰੇਵੜੇ ਦਾ ਹੈ। ਮਹਾਰਾਜ ਕਹਿੰਦੇ ਤੁਹਾਡੀ ਹਾਲਤ ਕੀ ਹੈ ਦੇਖੋ ਤਾਂ ਸਹੀ, ਪਹਿਲਾਂ ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਹਾਲਤ ਇਹ ਆ ਵੀ ਸਿਰ ਖੁਆਏ, ਆਪਣਾ ਸਿਰ ਜਿਹੜਾ ਖੁਆਏ ਦਾ ਮਤਲਬ ਖੁਰਕਣਾ, ਜਿਵੇਂ ਆਪਣੇ ਸਿਰ ਨੂੰ ਜਿਹੜਾ ਹੱਥਾਂ ਦੀਆਂ ਉਂਗਲਾਂ ਦੇ ਨਾਲ ਖੁਰਕਣਾ। ਸਿਰ ਖੁਆਏ ਪੀਏ ਮਲਵਾਣੀ, ਮਲਵਾਣੀ ਦਾ ਅਰਥ ਹੁੰਦਾ ਮੈਲਾ ਪਾਣੀ, ਸਾਫ਼ ਸੁਥਰਾ ਨਹੀਂ। ਮੈਲਾ ਪਾਣੀ ਜਿਹੜਾ ਉਹ ਪੀਣ ਵਾਲੇ ਉਹ, ਤੇ ਸਿਰ ਨੂੰ ਖੁਆਉਣ ਵਾਲੇ ਉਹ, ਭਾਵ ਸਿਰ ਕਰਕੇ ਕਦੀ ਨਹਾਉਣਾ ਨਹੀਂ। ਤੇ ਸਿਰ ਜਿਹੜਾ ਉਹਦੇ ਵਿੱਚ ਗੰਦਗੀ ਭਰੀ ਪਈ ਹੈ। ਤੇ ਆਮ ਆਪਾਂ ਵੇਖਦੇ ਹਾਂ ਗਰਮੀਆਂ ਦੇ ਦਿਨਾਂ ਵਿੱਚ ਜੇ ਆਪਾਂ ਨਾ ਸੀਸ ਆਪਣਾ ਸਿਰ ਨਹਾਈਏ, ਸਿਰ ਦੇ ਕੇਸ ਜੇ ਇਸ਼ਨਾਨ ਨਾ ਕਰੀਏ ਤੇ ਸਿਰ ਵਿੱਚ ਖਾਰਿਸ਼ ਹੋਣ ਲੱਗ ਜਾਂਦੀ ਹੈ। ਇਹਨਾਂ ਦੀ ਵੀ ਇਹ ਹਾਲਤ ਹੈ। ਕਹਿੰਦੇ ਸਿਰ ਖੁਆਏ ਪੀਏ ਮਲਵਾਣੀ, ਝੂਠਾ ਮੰਗ ਮੰਗ ਖਾਈ। ਤੇ ਤੁਸੀਂ ਝੂਠਾ ਜਿਹੜਾ ਹੁੰਦਾ ਉਹ ਮੰਗ ਮੰਗ ਕੇ ਖਾਂਦੇ ਹੋ। ਫੋਲ ਫਦੀ ਹੱਥ ਮੋ ਲੈਣ ਪੜਾਸਾ, ਪਾਣੀ ਦੇਖ ਸਗਾਹੀ। ਕਹਿੰਦੇ ਪਾਣੀ ਦਾ ਤਾਂ ਤੁਹਾਨੂੰ ਡਰ ਲੱਗਦਾ ਹੈ। ਪਾਣੀ ਦੇਖ ਸਗਾਈ ਦਾ ਮਤਲਬ ਹੈ ਡਰ ਲੱਗਣਾ, ਪਾਣੀ ਨੂੰ ਵੇਖ ਕੇ ਤਾਂ ਭੱਜਦੇ ਹੋ ਤੁਸੀਂ। ਔਰ ਫੋਲ ਫਦੀ ਹੱਥ ਜੋ ਵਿਸ਼ਟਾ ਗੰਦਗੀ ਹੁੰਦੀ ਹੈ ਉਹਨੂੰ ਫਰੋਲਣਾ, ਫਰੋਲ ਕੇ ਲੈਣ ਪੜਾਸਾ ਉਹ ਜੋ ਉਹਦੇ ਵਿੱਚੋਂ ਦੀ ਪਿੰਡ ਕੇ ਸਮੈਲ ਆਉਂਦੀ ਹੈ ਉਹਨੂੰ ਤੁਸੀਂ ਲੈਂਦੇ ਹੋ। ਭੇਡਾਂ ਵਾਂਗੀ ਸਿਰ ਖੁਹਾਇਨ ਭਰੀਨ ਹੱਥ ਸੁਹਾਈ। ਕਹਿੰਦੇ ਜਿਵੇਂ ਭੇਡਾਂ ਦੇ ਵਾਲ ਹੁੰਦੇ ਨੇ ਨਾ, ਇਸੇ ਤਰ੍ਹਾਂ ਤੁਹਾਡੇ ਵੀ ਇਹ ਹਾਲਤ ਹੈ। ਜਦੋਂ ਆਪਣਾ ਸਿਰ ਖੁਆਉਂਦੇ ਹੋ, ਭਾਵ ਸਿਰ ਵਿੱਚ ਜਿਵੇਂ ਖਾਰਿਸ਼ ਜਿਵੇਂ ਉਹ ਕਰਦੇ ਹੋ, ਤੇ ਕੀ ਹੁੰਦਾ ਹੈ ਭਰੀਨ ਹੱਥ ਸੁਹਾਈ, ਤੁਹਾਡੇ ਹੱਥ ਵਿੱਚ ਸੁਆਹ ਭਰ ਜਾਂਦੀ ਹੈ, ਭਾਵ ਇੰਨਾ ਮਿੱਟੀ ਘੱਟਾ ਸਿਰ ਦੇ ਵਿੱਚ ਭਰਿਆ ਹੁੰਦਾ ਹੈ। ਮਾਉ ਪੀਓ ਕਿਰਤ ਗਵਾਇਨ ਟੱਬਰ ਰੋਮਨ ਤਾਹੀ। ਆਪਣੇ ਮਾਂ ਬਾਪ ਦੀ ਕਿਰਤ ਨੂੰ ਛੱਡ ਕੇ ਇਸ ਰਾਹ ਪੈ ਜਾਣਾ, ਅਸਰੇਵੜੇ ਵਾਲਾ ਰਾਹ, ਇਸ ਮਾਰਗ ਨੂੰ ਚੁਣ ਲੈਣਾ। ਤੇ ਜਿਹੜੇ ਕਹਿੰਦੇ ਮਾਂ ਬਾਪ ਦੀ ਕਿਰਤ ਹੈ ਉਹਨੂੰ ਛੱਡ ਦੇਣਾ, ਤੇ ਪਿੱਛੇ ਜਿਹੜਾ ਉਹ ਸਾਰਾ ਟੱਬਰ ਰੋਂਦਾ ਤੁਹਾਡੇ ਪਿੱਛੇ। ਤੁਸੀਂ ਇਹਨਾਂ ਲੋਕਾਂ ਨੂੰ ਆਪਣਾ ਨਾਮ ਜਪਾਉਂਦੇ ਪਏ ਹੋ, ਪਰ ਆਪਣੇ ਅੰਦਰ ਝਾਤੀ ਤਾਂ ਮਾਰ ਕੇ ਵੇਖੋ ਜੀਵਨ ਕਿੱਥੇ ਖਲੋਤਾ ਹੈ, ਤੁਹਾਡੇ ਜੀਵਨ ਦੀ ਅਵਸਥਾ ਕੀ ਹੈ। ਆਪਣੇ ਮਾਂ ਬਾਪ ਦੇ ਦੱਸੇ ਹੋਏ ਰਾਹ ਨੂੰ ਛੱਡ ਕੇ ਜਿਹੜਾ ਰਾਹ ਸਰੇਵੜੇ ਵਾਲਾ ਪਕੜਿਆ ਹੈ, ਪਿੱਛੇ ਜਿਹੜਾ ਟੱਬਰ ਹੈ ਉਹ ਤੇ ਤੁਹਾਂ ਮਾਰ ਮਾਰ ਕੇ ਰੋਂਦਾ ਹੈ। ਉਹਨਾਂ ਪਿੰਡ ਨਾ ਪੱਤਲ ਕਿਰਿਆ, ਨਾ ਦੀਵਾ ਮੋਏ ਕਿਠਾਓ ਪਾਹੀ। ਕਹਿੰਦੇ ਤੁਹਾਡੇ ਨਾਲੋਂ ਤੇ ਹੋਰ ਧਰਮਾਂ ਵਾਲੇ ਲੋਕ ਚੰਗੇ ਆ, ਕਮ ਸੇ ਕਮ ਉਹ ਪਿੰਡ ਦਾਨ ਤਾਂ ਕਰ ਹੀ ਲੈਂਦੇ ਆ। ਹਾਲਾਂਕਿ ਧਿਆਨ ਰੱਖਿਓ ਗੁਰਮਤ ਵਿੱਚ ਇਹ ਵੀ ਪ੍ਰਵਾਨ ਨਹੀਂ ਹੈ, ਪਰ ਮਾਰੇ ਕਹਿੰਦੇ ਚਲੋ ਉਹਦੇ ਨਾਮ ਤੇ ਰੱਬ ਨੂੰ ਚੇਤੇ ਤਾਂ ਕਰ ਲੈਂਦੇ ਆ, ਪਰਮਾਤਮਾ ਨੂੰ ਤਾਂ ਚੇਤੇ ਕਰ ਲੈਂਦੇ ਆ। ਉਹਨਾਂ ਪਿੰਡ ਨਾ ਪੱਤਲ ਕਿਰਿਆ, ਨਾ ਦੀਵਾ ਮੂਏ ਕਿਥਾਉ ਬਾਈ। ਮਹਾਰਾਜ ਕਹਿੰਦੇ ਨੇ ਜਿਹਦੇ ਨਾਮ ਤੇ ਵੀ ਕੋਈ ਦੀਵਾ ਨਾ ਜਗਿਆ ਹੋਵੇ, ਜਿਹਦੇ ਨਾਮ ਤੇ ਵੀ ਕੋਈ ਪਿੰਡ ਪੱਤਲ ਨਾ ਹੋਵੇ, ਉਹ ਫਿਰ ਮੂਆਂ ਕਿਥਾਉ ਜਾਈ, ਉਹ ਜਿੰਦ ਨਿਕਲ ਕੇ ਫਿਰ ਕਿੱਥੇ ਭਟਕਦੀ ਹੈ।
68 ਤੀਰਥ ਦੇਨ ਨਾ ਢੋਈ ਬ੍ਰਾਹਮਣ ਅੰਨ ਨਾ ਖਾਹੀ। 68 ਤੀਰਥ 68 ਤੀਰਥ ਨੇ, ਉਹਨਾਂ ਤੇ ਵੀ ਤੁਹਾਡੀ ਢੋਈ ਨਹੀਂ ਹੁੰਦੀ, ਕਿਉਂਕਿ ਪਾਣੀ ਤੋਂ ਤੇ ਤੁਹਾਨੂੰ ਡਰ ਲੱਗਦਾ ਹੈ, ਪਾਣੀ ਤੋਂ ਤੇ ਤੁਹਾਨੂੰ ਘਬਰਾਹਟ ਹੁੰਦੀ ਹੈ। ਤੇ 68 ਤੀਰਥ ਕਾਹਦੇ ਨੇ? ਪਾਣੀ ਦੇ ਹੀ ਨੇ। ਤੇ 68 ਤੀਰਥ ਤੇ ਵੀ ਤੁਹਾਡੀ ਢੋਈ ਨਹੀਂ ਹੁੰਦੀ, ਤੇ ਬ੍ਰਾਹਮਣ ਅੰਨ ਨਾ ਖਾਈ, ਤੁਹਾਡੇ ਹੱਥਾਂ ਤੋਂ ਤੇ ਬ੍ਰਾਹਮਣ ਵੀ ਅੰਨ ਲੈਣਾ ਨਹੀਂ ਪਸੰਦ ਕਰਦਾ। ਐਸੀ ਮਾੜੀ ਹਾਲਤ ਜਿਹੜੀ ਆ ਉਹ ਬਣੀ ਹੋਈ ਹੈ। ਸਦਾ ਕੁਚੀਲ ਰਹਿ ਦਿਨ ਰਾਤੀ ਮੱਥੇ ਟਿਕੇ ਨਾਹੀ। ਸਦਾ ਕੁਚੀਲ, ਅੱਤ ਦੇ ਮਲੀਨ ਵਾਲੀ ਅਵਸਥਾ ਜਿਹੜੀ ਆ ਉਹ ਬਣੀ ਹੋਈ ਹੈ, ਦਿਨ ਰਾਤੀ ਰਾਤ ਦਿਨ। ਤੇ ਕਹਿੰਦੇ ਮੱਥੇ ਉੱਤੇ ਪਰਮੇਸ਼ਵਰ ਦੇ ਨਾਮ ਦਾ ਉਹ ਟਿੱਕਾ ਭਾਵ ਚਮਕ ਵੀ ਨਜ਼ਰ ਨਹੀਂ ਆਉਂਦੀ ਹੈ। ਝੁੰਡੀ ਪਾਏ ਬਹਿਨ ਨਿਤ ਮਰਣੈ ਦੜ ਦੀ ਬਾਣ ਨਾ ਜਾਹੀ। ਮਹਾਰਾਜ ਕਹਿੰਦੇ ਝੁੰਡ ਬਣਾ ਕੇ ਤੁਸੀਂ ਆਪਣਾ ਜਿਹੜਾ ਹੈ ਸਰੇਬੜੇ ਵਾਲਾ ਉਹ ਤੁਸੀਂ ਬੈਠ ਜਾਂਦੇ ਹੋ, ਔਰ ਉਸ ਮਾਲਕ ਦੇ ਦਰ, ਉਸ ਮਾਲਕ ਦੇ ਦੀਵਾਨ ਦਾ ਤੁਹਾਨੂੰ ਥੋੜਾ ਬਹੁਤ ਵੀ ਖਿਆਲ ਨਹੀਂ ਹੈ। ਲੱਕੀ ਹਾਸੇ ਹੱਥੀ ਫੁੰਮਣ ਅੱਗੋਂ ਪਿੱਛੀ ਜਾਹੀ। ਜਿਹੜੇ ਇਹ ਸਰੇਵੜੇ ਨੇ ਨਾ, ਮਹਾਰਾਜ ਕਹਿੰਦੇ ਕੀ ਆ, ਲੱਕੀ ਕਾਸੇ, ਲੱਕੀ ਮੈਨੇ ਲੱਕ ਦੇ ਨਾਲ, ਉਹ ਜਿਹੜੇ ਮੰਗਣ ਵਾਲੇ ਠੂਠੇ ਕਹਿ ਲਓ, ਪਿਆਲੇ ਕਹਿ ਲਓ, ਉਹ ਇਹਨਾਂ ਨੇ ਲੱਕ ਦੇ ਨਾਲ ਬੰਨੇ ਹੁੰਦੇ ਆ। ਔਰ ਹੱਥੀਂ ਫੁੰਮਣ, ਫੁੰਮਣ ਦਾ ਅਰਥ ਉਹ ਧਾਗੇ ਜਿਹੜੇ ਡੋਰੀਆਂ ਵਾਲਾ, ਇਹਨਾਂ ਨੇ ਕਹਿੰਦੇ ਹੱਥ ਦੇ ਵਿੱਚ ਇੱਕ ਪਕੜਿਆ ਗੁੱਛਾ ਜਿਹਨੂੰ ਕਹਿ ਲਓ, ਕਿ ਇੱਕ ਧਾਗਿਆਂ ਵਾਲਾ ਗੁੱਛਾ ਇਹਨਾਂ ਦੇ ਹੱਥ ਦੇ ਵਿੱਚ ਹੁੰਦਾ ਹੈ। ਅੱਗੋਂ ਪਿੱਛੇ ਜਾਈ, ਇੱਕ ਦੂਜੇ ਦੇ ਅੱਗੇ ਪਿੱਛੇ ਹੋ ਕੇ ਤੁਰਦੇ ਆ, ਬਰਾਬਰ ਨਹੀਂ ਤੁਰਦੇ ਇਹਨਾਂ ਨੇ। ਇੱਕ ਮਗਰ ਦੂਜਾ, ਦੂਜੇ ਮਗਰ ਤੀਜਾ, ਤੀਜੇ ਮਗਰ ਚੌਥਾ, ਪਿੱਛੇ ਪਿੱਛੇ ਇਹਨਾਂ ਨੇ ਤੁਰਨਾ ਹੈ, ਬਰਾਬਰ ਕਦੇ ਵੀ ਨਹੀਂ ਇਹ ਤੁਰਦੇ। ਕਹਿੰਦੇ ਤੁਹਾਡੀ ਹਾਲਤ ਇਹ ਆ ਵੀ ਅੱਗੋਂ ਪਿੱਛੇ ਜਾਈ, ਜਿਹੜਾ ਅੱਗੇ ਚੱਲ ਰਿਹਾ ਉਹਦੇ ਪਿੱਛੇ ਪਿੱਛੇ ਚੱਲਦੇ ਹੋ। ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ। ਸਾਹਿਬ ਕਹਿੰਦੇ ਨਾ ਤੁਸੀਂ ਜੋਗੀਆਂ ਵਿੱਚ, ਨਾ ਤੁਸੀਂ ਜੰਗਮ ਕਿਹੜੇ ਹੁੰਦੇ ਆ? ਤੁਸੀਂ ਆ ਦੇਖੋ, ਅੱਜ ਤਾਂ ਬਹੁਤ ਘੱਟ ਦਿਸਦੇ ਆ ਜਿਨ੍ਹਾਂ ਦੇ ਸਿਰ ਉੱਤੇ ਮੋਰ ਦੇ ਖੰਭ ਹੁੰਦੇ ਨੇ, ਔਰ ਹੱਥ ਦੇ ਵਿੱਚ ਟੱਲੀ ਆਮ ਗਲੀਆਂ ਵਿੱਚ ਪਹਿਲਾਂ ਘੁੰਮਦੇ ਹੁੰਦੇ ਸਨ, ਅੱਜ ਬਹੁਤ ਘੱਟ ਨਜ਼ਰ ਆਉਂਦੇ। ਉਹ ਵੀ 12 ਫਿਰਕਿਆਂ ਵਿੱਚੋਂ ਦੀ ਇੱਕ ਫਿਰਕਾ ਹੈ। ਨਾ ਤੁਸੀਂ ਜੋਗੀਆਂ ਵਿੱਚੋਂ, ਨਾ ਜੰਗਮ ਵਿੱਚੋਂ, ਨਾ ਕਾਜੀ, ਨਾ ਮੁੱਲਾ, ਤੁਸੀਂ ਇਹਨਾਂ ਵਿੱਚੋਂ ਤੇ ਆਉਂਦੇ ਹੀ ਨਹੀਂ, ਭਾਵ ਇਹਨਾਂ ਨਾਲ ਤਾਂ ਰਲਦੇ ਹੀ ਨਹੀਂ ਹੋ। ਦਏ ਵਿਗੋਏ ਫਿਰੇ ਵਿਗੁੱਤੇ ਫਿੱਟਾਂ ਵਤੈ ਗੱਲਾਂ। ਅਰੇ ਕਹਿੰਦੇ ਦਏ ਵਿਗੋਏ, ਦਈ ਮੈਨੇ ਪਰਮੇਸ਼ਵਰ, ਵਿਗੋਏ ਉਹਨੂੰ ਵਿਸਾਰ ਕੇ, ਪਰਮੇਸ਼ਵਰ ਨੂੰ, ਕਰਤੇ ਨੂੰ, ਪਰਮੇਸ਼ਵਰ ਵਾਹਿਗੁਰੂ ਜੀ ਨੂੰ ਭੁਲਾ ਕੇ ਫਿਰੇ ਵਿਗੁੱਤੇ ਖੁਆਰ ਹੋ ਕੇ ਭਟਕ ਰਹੇ ਹੋ ਤੁਸੀਂ। ਹਰ ਬਿਸਰ ਸਦਾ ਖੁਆਰੀ, ਉਹਨੂੰ ਵਿਸਾਰ ਕੇ ਖੁਆਰ ਹੋ ਕੇ ਫਿਰ ਰਹੇ ਹੋ। ਫਿੱਟਾਂ ਵਤੈ ਗੱਲਾਂ, ਫਿੱਟਾਂ ਮੈਨੇ ਫਿਟਕਾਰਾਂ, ਜਿਹੜੇ ਬੋਲ ਉਹਨੂੰ ਵਿਸਾਰ ਕੇ ਤੁਸੀਂ ਬੋਲਦੇ ਹੋ, ਉਹਦੇ ਨਾਲ ਤੁਹਾਨੂੰ ਫਿਟਕਾਰਾਂ ਹੀ ਪੈਂਦੀਆਂ ਨੇ। ਜਾਂ ਕਈਆਂ ਨੇ ਇਹ ਅਰਥ ਕੀਤੇ ਆ ਕਿ ਪੂਰੇ ਦਾ ਪੂਰਾ ਆਵਾ ਹੀ ਤੁਹਾਡਾ ਉਤੇ ਆ ਪਿਆ। ਅਬ ਸਾਰੇ ਦੇ ਸਾਰੇ ਹੀ ਤੁਸੀਂ ਪਰਮੇਸ਼ਵਰ ਨੂੰ ਵਿਸਾਰ ਕੇ ਤੇ ਸੰਸਾਰ ਵਿੱਚ ਭਟਕ ਰਹੇ ਹੋ। ਜੀਆਂ ਮਾਰ ਜੀਵਾਲੇ ਸੋਈ ਅਵਰ ਨਾ ਕੋਈ ਰੱਖੈ। ਤੁਹਾਨੂੰ ਇਸ ਗੱਲ ਦੀ ਸੋਝੀ ਹੋਈ ਨਹੀਂ ਹੈ ਕਿ ਉਹ ਪਰਮੇਸ਼ਵਰ ਸਭਨਾਂ ਨੂੰ ਜੀਵਨ ਦੇਣ ਵਾਲਾ ਹੈ, ਔਰ ਸਭਨਾਂ ਨੂੰ ਮਾਰਨ ਵਾਲਾ ਹੈ, ਸਭਨਾਂ ਨੂੰ ਜਿਵਾਉਣ ਵਾਲਾ ਹੈ। ਮਾਰੇ ਰੱਖੈ ਇੱਕੋ ਆਪ ਮਨੁੱਖ ਕਹਿ ਕਿਛ ਨਹੀਂ ਹਾਥ, ਪਰ ਤੁਹਾਨੂੰ ਇਸ ਗੱਲ ਦੀ ਸੋਝੀ ਨਹੀਂ ਹੈ। ਦਾਨੋ ਤੈ ਇਸ਼ਨਾਨੋ ਵੰਜੇ ਪਸ ਪਈ ਸਿਰ ਖੁਥੈ। ਦਾਨੋ ਤੈ ਇਸ਼ਨਾਨੋ ਵੰਜੇ, ਦਾਨ ਪੁੰਨ ਤੋਂ ਔਰ ਇਸ਼ਨਾਨ ਤੋਂ ਤਾਂ ਤੁਸੀਂ ਬੜੀ ਦੂਰ ਹੋ। ਇਸ਼ਨਾਨ ਤੋਂ ਤੁਸੀਂ ਡਰਦੇ ਹੋ, ਔਰ ਨਾਮ ਪਰਮੇਸ਼ਵਰ ਦਾ ਜਪਣਾ ਨਹੀਂ ਤੇ ਨਾ ਕਿਸੇ ਨੂੰ ਜਪਾਉਣਾ, ਇਹਦੇ ਤੋਂ ਤੁਸੀਂ ਵੰਜੇ ਹੋ। ਭਸ ਪਈ ਸਿਰ ਖੁੱਤੈ, ਤੁਹਾਡੇ ਸਿਰ ਵਿੱਚ ਤਾਂ ਸੁਆਹ ਜਿਹੜੀ ਹੈ ਉਹ ਮਿੱਟੀ ਘਟਾ ਭਰਿਆ ਪਿਆ ਹੈ। ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀਆ ਮਾਦਾਣੀ। ਇਸ ਪਾਣੀ ਤੋਂ ਤੁਹਾਨੂੰ ਡਰ ਲੱਗਦਾ ਹੈ। ਜੇ ਇਹ ਪਾਣੀ ਪੀਂਦੇ ਆ ਉਹ ਵੀ ਮੈਲਾ ਹੀ ਪੀਂਦੇ ਆ, ਸਾਫ਼ ਪਾਣੀ ਨਹੀਂ ਪੀਂਦੇ। ਕਹਿੰਦੇ ਪਾਣੀ ਤੋਂ ਤਾਂ ਤੁਹਾਨੂੰ ਡਰ ਲੱਗਦਾ ਹੈ, ਪਰ ਜਿਹੜੇ 14 ਰਤਨ ਜਿਹੜੇ ਨਿਕਲੇ ਸੀ ਉਹ ਪਾਣੀ ਸਮੁੰਦਰ ਨੂੰ ਰਿੜਕ ਕੇ ਹੀ, ਜਦੋਂ ਦੇਵੀ ਦੇਵਤਿਆਂ ਦਾ ਜ਼ਿਕਰ ਆਉਂਦਾ ਹੈ, ਜੋ ਮਨੌਤ ਇੱਕ ਮੰਨੀ ਗਈ ਹੈ, ਜਿਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਵੀ ਕੀਤਾ ਕਿ ਜੇ ਸਮੁੰਦਰ ਨੂੰ ਰਿੜਕਿਆ ਤਾਂ ਉਹਦੇ ਵਿੱਚੋਂ 14 ਰਤਨ ਨਿਕਲੇ ਨੇ। ਪਰ ਜੇ ਉਹ ਸਮੁੰਦਰ ਨੂੰ ਰਿੜਕਿਆ ਉਹ ਵੀ ਤੇ ਪਾਣੀ ਦਾ ਹੀ ਹੈ, ਜੇ ਰਤਨ ਉਹਦੇ ਵਿੱਚੋਂ ਨਿਕਲਿਆ ਤਾਂ ਉਹ ਵੀ ਪਾਣੀ ਵਿੱਚੋਂ ਨਿਕਲੇ ਹਨ। 68 ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ। ਜਿਹੜੇ ਦੇਵਤਿਆਂ ਨੇ 68 ਤੀਰਥ ਥਾਪੇ ਨੇ ਉਹ ਵੀ ਪਾਣੀ ਦੇ ਨਾਲ ਭਰੇ ਹੋਏ ਨੇ। ਪੂਰਬੀ ਲੱਗੈ ਬਾਣੀ, ਪੂਰਬੀ ਦਾ ਅਰਥ ਹੈ ਮੇਲੇ, ਜਿਨ੍ਹਾਂ ਤੇ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਬੜੇ ਭਾਰੀ ਮੇਲੇ ਲੱਗਦੇ ਹਨ। ਨਾਏ ਨਿਵਾਜਾਂ ਨਾਤੈ ਪੂਜਾ ਨਾਵਨ ਸਦਾ ਸੁਜਾਣੀ। ਮਹਾਰਾਜ ਜੀ ਕਹਿੰਦੇ ਆ ਜੇ ਕੋਈ ਨਿਵਾਜ ਅਦਾ ਕਰਦਾ ਹੈ, ਨਾਏ, ਨਾਏ ਦਾ ਮਤਲਬ ਇਸ਼ਨਾਨ ਕਰਕੇ, ਤੇ ਜੇ ਕੋਈ ਪਾਠ ਪੂਜਾ ਕਰਦਾ ਉਹ ਵੀ ਇਸ਼ਨਾਨ ਕਰਕੇ। ਨਾਵਨ ਸਦਾ ਸੁਜਾਣੀ, ਜਿਹੜੇ ਸੂਝਵਾਨ ਸੁਜਾਨ ਹੁੰਦੇ ਆ ਉਹ ਸਦਾ ਇਸ਼ਨਾਨ ਜਿਹੜਾ ਉਹ ਕਰਦੇ ਆ। ਸਾਨੂੰ ਤੇ ਮਹਾਰਾਜ ਨੇ ਕਿਹਾ ਕਿ ਗੁਰੂ ਕੇ ਸਿੱਖਾ ਤੂੰ ਉੱਠਦਿਆਂ 2 ਇਸ਼ਨਾਨ ਤਾਂ ਕਰਨਾ ਹੀ ਕਰਨੇ ਆ। ਤੇਰੇ ਤਨ ਦਾ ਇਸ਼ਨਾਨ ਵੀ ਰੋਜ਼ ਹੋਵੇ, ਤੇਰੇ ਮਨ ਦਾ ਇਸ਼ਨਾਨ ਵੀ ਰੋਜ਼ ਹੋਵੇ। ਤੂੰ ਤਨ ਦੀ ਵੀ ਸਫਾਈ ਰੱਖ ਤੇ ਮਨ ਦੀ ਵੀ ਸਫਾਈ ਰੱਖ। ਤੇ ਮਹਾਰਾਜ ਨੇ ਸਾਨੂੰ ਦੇਖੋ ਕੇਸਾਂ ਦੀ ਵੀ ਸਫਾਈ ਲਈ ਕੰਘਾ ਦਿੱਤਾ ਬਕਾਇਦਾ, ਕਿ 2 ਵਕਤ ਤੁਸੀਂ ਆਪਣੇ ਸਿਰ ਦੇ ਵਿੱਚ, ਆਪਣੇ ਕੇਸਾਂ ਵਿੱਚ ਕੰਘਾ ਫੇਰਨਾ ਹੀ ਫੇਰਨਾ ਹੈ, ਤਾਂ ਕਿ ਤੁਹਾਡੇ ਕੇਸ ਜਿਹੜੇ ਆ ਇਹ ਸਾਫ਼ ਰਹਿਣ। ਇਹਨਾਂ ਕੇਸਾਂ ਦੇ ਵਿੱਚ ਅਸੀਂ ਤਾਂ ਵੈਸੇ ਕੇਸਾਂ ਨੂੰ ਹਰ ਵੇਲੇ ਢੱਕ ਕੇ ਰੱਖਣਾ, ਇਹਦਾ ਵੀ ਸਤਿਕਾਰ ਮਹਾਰਾਜ ਨੇ ਸਾਨੂੰ ਦਿੱਤਾ ਹੈ ਕਿ ਹਰ ਵੇਲੇ ਆਪਣੇ ਕੇਸ ਅਸੀਂ ਢੱਕ ਕੇ ਰੱਖਦੇ ਹਾਂ। ਕਿਉਂ? ਕਿਉਂਕਿ ਇਹਦਾ ਸਤਿਕਾਰ ਕਰਦੇ ਹਾਂ ਅਸੀਂ। ਔਰ ਬਕਾਇਦਾ 2 ਵਕਤ ਕੰਘਾ ਫੇਰ ਕੇ ਇਹਦੀ ਸਫਾਈ ਵੀ ਹੁੰਦੀ ਹੈ। ਔਰ 2 ਤਰ੍ਹਾਂ ਦਾ ਇਸ਼ਨਾਨ ਹੈ, ਇੱਕ ਪਾਣੀ ਦਾ, ਇੱਕ ਬਾਣੀ ਦਾ। ਪਾਣੀ ਨੇ ਤਨ ਸਾਫ਼ ਕਰਨਾ ਹੈ, ਬਾਣੀ ਨੇ ਮਨ ਸਾਫ਼ ਕਰਨਾ ਹੈ। ਮਨ ਪਵਿੱਤਰ ਤਾਂ ਹੋਏਗਾ ਜੇ ਬਾਣੀ ਦਾ ਇਸ਼ਨਾਨ ਨਿਤ ਉੱਠ ਕੇ ਅਸੀਂ ਨਿਤਨੇਮ ਕਰਨਾ, ਇਹ ਬਾਣੀ ਦਾ ਇਸ਼ਨਾਨ ਹੈ। ਇਸ ਲਈ ਸਤਿਗੁਰੂ ਹੁਣ ਮਹਾਰਾਜ ਨੇ ਆਖਿਆ ਵੀ ਠੀਕ ਹੈ, ਜੇ ਤਨ ਢਿੱਲਾ ਮੱਠਾ ਕਿਤੇ ਹੋ ਗਿਆ ਸਰਦੀ ਗਰਮੀ ਵਿੱਚ ਤੇ ਨਹੀਂ ਇਸ਼ਨਾਨ ਹੋਇਆ, ਪਰ ਬਾਣੀ ਦਾ ਇਸ਼ਨਾਨ ਨਹੀਂ ਛੱਡਣਾ। ਬਾਣੀ ਦਾ ਇਸ਼ਨਾਨ ਤਾਂ ਕਰਨਾ ਹੀ ਕਰਨਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਤੇਰਾ ਮਨ ਤਨ ਅਰੋਗ ਹੋ ਜਾਏਗਾ, ਤੂੰ ਉਹਦੇ ਨਾਮ ਦਾ ਸਿਮਰਨ ਕਰਨਾ ਹੀ ਕਰਨਾ ਹੈ। ਇੱਥੇ ਮਹਾਰਾਜ ਕਹਿੰਦੇ ਤੁਹਾਨੂੰ ਲੱਗਦਾ ਡਰ, ਪਰ ਜਿਹੜੇ ਨਿਵਾਜ ਪੜ੍ਹਦੇ ਆ ਉਹ ਵੀ ਇਸ਼ਨਾਨ ਕਰਦੇ ਆ, ਪੂਜਾ ਕਰਦੇ ਆ ਉਹ ਵੀ ਇਸ਼ਨਾਨ। ਪਰ ਜਿਹੜੇ ਸੁਜਾਨ ਸੇ ਜਿਹੜੇ ਸੂਝਵਾਨ ਹੁੰਦੇ ਨੇ ਉਹ ਨਾਵਣ ਸਦਾ ਉਹ ਤੇ ਨਿਤ ਇਸ਼ਨਾਨ ਕਰਦੇ ਹਨ। ਮੋਇਆ ਜੀਵ ਦੇ ਆਗਤ ਹੋਵੇ ਜਾਂ ਸਿਰ ਪਾਈਏ ਪਾਣੀ। ਕਹਿੰਦੇ ਨੇ ਉਹ ਮੋਇਆ, ਜਦੋਂ ਕੋਈ ਸਰੀਰ ਮੋਇਆ ਜਾਂਦਾ ਉਹਦਾ ਵੀ ਇਸ਼ਨਾਨ ਕਰਾਇਆ ਜਾਂਦਾ ਹੈ, ਤੇ ਜਦੋਂ ਬੱਚੇ ਦਾ ਜਨਮ ਹੁੰਦਾ ਉਦੋਂ ਵੀ ਇਸ਼ਨਾਨ ਕਰਾਇਆ ਜਾਂਦਾ ਹੈ। ਜਿਸ ਦਿਨ ਬੱਚੇ ਦਾ ਜਨਮ ਹੋਇਆ ਉਸ ਦਿਨ ਵੀ ਉਹਦਾ ਇਸ਼ਨਾਨ, ਤੇ ਜਿਸ ਦਿਨ ਇਹ ਸਰੀਰ ਨੇ ਡੈੱਡ ਹੋ ਜਾਣਾ, ਮੁਰਦਾ ਹੋ ਜਾਣਾ, ਉਦੋਂ ਵੀ ਇਸ਼ਨਾਨ ਕਰਾਇਆ ਜਾਂਦਾ ਹੈ। ਇਹ ਮਤਲਬ ਜਨਮ ਤੋਂ ਲੈ ਕੇ ਅਖੀਰਲੇ ਸਵਾਸ ਤੱਕ ਇਸ਼ਨਾਨ ਕਰਨਾ ਹੀ ਕਰਨਾ ਹੈ। ਆਪਾਂ ਇਹਦੇ ਨਾਲ ਅਸੀਂ ਜੁੜਨਾ ਹੀ ਜੁੜਨਾ ਹੈ। ਮਹਾਰਾਜ ਕਹਿੰਦੇ ਇਹ ਤਾਂ ਕੁਦਰਤੀ ਇੱਕ ਨਿਯਮ ਵੀ ਬਣ ਗਿਆ ਕਿ ਜਨਮ ਵੇਲੇ ਵੀ ਇਸ਼ਨਾਨ ਤੇ ਮੋਇਆ ਵੀ ਇਸ਼ਨਾਨ ਜਿਹੜਾ ਉਹ ਹੁੰਦਾ ਹੈ। ਨਾਨਕ ਸਿਰ ਖੁੱਥੇ ਸ਼ੈਤਾਨੀ ਇੰਨਾ ਗੱਲ ਨਾ ਪਾਣੀ। ਨਾਨਕ ਜੀ ਕਹਿ ਰਹੇ ਨੇ, ਕਹਿੰਦੇ ਜਿਹੜੇ ਤੁਸੀਂ ਸਿਰ ਕੁੱਥੈ ਭਾਵ ਸਰੇਵੜੇ ਹੋ, ਤੁਸੀਂ ਆਪਣੇ ਕੇਸ ਸਿਰ ਦੇ ਕਦੀ ਨਾ ਧੋਣੇ ਤੇ ਨਾ ਕਦੀ ਇਹਨਾਂ ਵਿੱਚ ਕੋਈ ਕੰਘਾ ਕੰਘੀ ਫੇਰਨੀ ਹੈ। ਇਸ ਲਈ ਤੁਹਾਡਾ ਹਾਲ ਕੀ ਹੈ? ਇੰਨਾ ਗੱਲ ਨਾ ਪਾਣੀ। ਤੁਹਾਨੂੰ ਇਹ ਗੱਲਾਂ ਥੋੜੀ ਚੰਗੀਆਂ ਲੱਗਣੀਆਂ ਨੇ, ਤੁਹਾਨੂੰ ਇਹ ਗੱਲਾਂ ਨਹੀਂ ਚੰਗੀਆਂ ਲੱਗਣਗੀਆਂ ਕਿਉਂਕਿ ਅੰਦਰ ਸ਼ੈਤਾਨ ਬੈਠਾ ਹੋਇਆ ਹੈ।
ਤੇ ਸ਼ੈਤਾਨ ਕਹਿੰਦਾ ਵੀ ਤੂੰ ਬਾਹਰ ਭਟਕਦਾ ਰਹਿ ਪਰ ਤੂੰ ਨਾਮ ਦਾ ਇਸ਼ਨਾਨ ਨਾ ਕਰ। ਸ਼ੈਤਾਨ ਕਹਿੰਦਾ ਵੀ ਤੂੰ ਅੱਧੀ ਰਾਤ ਸਾਰੀ ਰਾਤ ਜਾਗ ਪਰ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਣਾ। ਸ਼ੈਤਾਨ ਅੰਦਰ ਦਾ ਕਹਿੰਦਾ ਵੀ ਤੂੰ ਹੋਰ ਥਾਵਾਂ ਤੇ ਜ਼ਰੂਰ ਜਾ, ਰੰਗ ਬਰੰਗੇ ਥਾਵਾਂ ਤੇ ਜਾ, ਪਰ ਤੂੰ ਸਤ ਸੰਗਤ ਵਿੱਚ ਨਹੀਂ ਜਾਣਾ। ਇਹ ਅੰਦਰ ਦਾ ਸ਼ੈਤਾਨ ਸਾਨੂੰ ਰੋਕਦਾ ਹੈ, ਇਹ ਨਾਮ ਜਪਣ ਤੋਂ ਰੋਕਦਾ ਹੈ, ਸਤ ਸੰਗਤ ਕਰਨ ਤੋਂ ਰੋਕਦਾ ਹੈ, ਅੰਮ੍ਰਿਤ ਵੇਲੇ ਨੂੰ ਉੱਠਣ ਤੋਂ ਰੋਕਦਾ ਹੈ। ਸਾਹਿਬ ਕਹਿੰਦੇ ਇਹ ਗੱਲਾਂ ਕਿੱਥੇ ਚੰਗੀਆਂ ਲੱਗਣੀਆਂ ਹਨ। ਉੱਠੇ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ। ਕਹਿੰਦੇ ਜਿਵੇਂ ਆ ਬਾਹਰੋਂ ਬਰਸਾਤ ਹੋਈ, ਦੇਖੋ ਇਹ ਸਾਰੇ ਤੁਹਾਡੇ ਇਲਾਕੇ ਦੇ ਲੋਕਾਂ ਦੇ ਚਿਹਰੇ ਕਿਵੇਂ ਖਿੜੇ ਪਏ ਆ, ਰਾਜਾ ਵੀ ਖਿੜਿਆ, ਪ੍ਰਜਾ ਵੀ ਖੜੀ ਪਈ ਹੈ। ਤੇ ਜਦੋਂ ਉਹ ਉੱਠਿਆ, ਜਦੋਂ ਪਰਮੇਸ਼ਵਰ ਤੁਰ ਉੱਠਦਾ ਹੈ, ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਤੁਰ ਉੱਠਦਾ ਹੈ ਤੇ ਖੁਸ਼ੀਆਂ ਹੁੰਦੀਆਂ ਨੇ। ਬਸ ਜੀ ਦੀ ਜੁਗਤੀ ਇਹ ਹੈ ਕਿ ਜੇ ਅੰਦਰ ਜੀਵ ਨੂੰ ਖੁਸ਼ ਕਰਨਾ ਹੈ, ਅੰਦਰ ਹਰਿਆ ਭਰਿਆ ਰੱਖਣਾ ਹੈ, ਤਾਂ ਉਸ ਮਾਲਕ ਦੀ ਬਰਸਾਤ ਹੋਣੀ ਜ਼ਰੂਰੀ ਹੈ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਉਹਦੇ ਨਾਮ ਦਾ ਮੀਂਹ ਪੈਣਾ ਜ਼ਰੂਰੀ ਹੈ। ਉੱਠੈ ਅੰਨ ਕਮਾਦ ਕਪਾਹਾ ਸਭ ਸੈ ਪਰਦਾ ਹੋਵੇ। ਮਹਾਰਾਜ ਕਹਿੰਦੇ ਦੇਖੋ ਜੇ ਬਰਸਾਤ ਹੋਈ, ਅੰਨ ਹੈ, ਕਮਾਦ ਹੈ, ਕਪਾਹ ਹੈ, ਇਹ ਕਿਸ ਤਰ੍ਹਾਂ ਖਿੜ ਗਏ ਪਾਣੀ ਦੇ ਨਾਲ। ਬਸ ਇਸੇ ਤਰ੍ਹਾਂ ਕਹਿੰਦੇ ਨੇ ਇਹ ਜਿਹੜਾ ਅੰਦਰ ਕੂੜ ਦਾ ਪਰਦਾ ਪਿਆ ਨਾ, ਇਹਨੂੰ ਉਠਾ ਕੇ ਵੇਖੋ। ਜਦੋਂ ਸੱਚ ਦਾ ਮੀਂਹ ਪਏਗਾ, ਪਰਮੇਸ਼ਵਰ ਦੇ ਨਾਮ ਦਾ ਮੀਂਹ ਪਿਆ, ਪਰਮੇਸ਼ਰ ਪਾਇਆ, ਜਦੋਂ ਉਹਨੇ ਨਾਮ ਦਾ ਮੀਂਹ ਪਾ ਦਿੱਤਾ, ਤਾਂ ਜਿਵੇਂ ਅੰਨ ਦਾ ਇਹ ਅੰਨ ਖਿੜ ਗਿਆ, ਕਪਾਹ ਇਹ ਜਿਸ ਤਰ੍ਹਾਂ ਖਿੜ ਗਿਆ, ਕਹਿੰਦੇ ਇਸੇ ਤਰ੍ਹਾਂ ਇਹ ਫਸਲ ਜਿਵੇਂ ਖਿੜ ਗਈ ਆ, ਇਸ ਤਰ੍ਹਾਂ ਅੰਦਰ ਮਨ ਵੀ ਖਿੜ ਜਾਂਦਾ ਹੈ। ਉੱਠੈ ਕਾਹ ਚਰੇ ਨਿਤ ਸੁਰਹੀ ਸਾਧਨ ਦਈ ਵਿਲੋਵੈ। ਹੁਣ ਜੇ ਮੀਂਹ ਪਏਗਾ ਤੇ ਘਾਹ ਹੋਏਗਾ। ਹੁਣ ਆ ਪੰਕਤੀਆਂ ਬੜੇ ਧਿਆਨ ਨਾਲ ਸੁਣਿਓ, ਬੜੀ ਬਰੀਕੀ ਨਾਲ ਸਮਝਣੀਆਂ ਪੈਣੀਆਂ। ਮਹਾਰਾਜ ਜੀ ਕਹਿੰਦੇ ਨੇ ਉੱਠੈ ਘਾਹ, ਜਦੋਂ ਉੱਠੇ ਮੈਨੇ ਬਰਸਾਤ ਹੋਈ, ਮੀਂਹ ਪਿਆ ਤੇ ਘਾਹ ਹੋ ਗਿਆ। ਜਦੋਂ ਹਰਾ ਭਰਾ ਘਾਹ ਹੋਇਆ ਤੇ ਕੀ ਹੋਇਆ, ਕਹਿੰਦੇ ਨੇ ਫਿਰ ਚਰ ਹੈ ਨਿਤ ਸੁਰਹੀ, ਫਿਰ ਗਈਆਂ ਮੱਝੀਆਂ ਨੇ ਉਹਨੂੰ ਚਰ ਲਿਆ। ਜਦੋਂ ਉਹ ਘਾਹ ਨੂੰ ਚਰਿਆ ਤੇ ਫਿਰ ਕੀ ਹੋਇਆ, ਕਹਿੰਦੇ ਉਸ ਗਈਆਂ ਤੇ ਮੱਝੀਆਂ ਨੇ ਦੁੱਧ ਦਿੱਤਾ। ਤੇ ਜਦੋਂ ਉਸ ਗਈਆਂ ਮੱਝੀਆਂ ਨੇ ਦੁੱਧ ਦਿੱਤਾ, ਉਸ ਦੁੱਧ ਨੂੰ ਜਦੋਂ ਅੱਗੋਂ ਜਾਗ ਲਾਇਆ, ਤਿਤ ਕੇ ਹੋਮ ਜਗ ਸਤ ਪੂਜਾ ਪਈਐ ਕਾਰਜ ਸੋ ਹੈ। ਫਿਰ ਜਦੋਂ ਜਾਗ ਲਾਇਆ, ਉਹਨੂੰ ਰਿੜਕਿਆ, ਰਿੜਕਣ ਤੋਂ ਬਾਅਦ ਮੱਖਣ ਨਿਕਲਿਆ। ਮੱਖਣ ਦਾ ਕੀ ਬਣਾਇਆ, ਘੇ ਦਾ ਅਰਥ ਘਿਓ। ਕਹਿੰਦੇ ਫਿਰ ਕੀ ਹੋਇਆ, ਤਿਤ ਘੇ ਹੋਮ ਜਗ ਸਤ ਪੂਜਾ ਪਈਐ ਕਾਰਜ ਸੋ ਹੈ। ਕਹਿੰਦੇ ਇੱਕ ਘਾਹ ਤੋਂ ਦੁੱਧ ਬਣ ਗਿਆ, ਦੁੱਧ ਤੋਂ ਮੱਖਣ ਬਣ ਗਿਆ, ਮੱਖਣ ਤੋਂ ਘਿਓ ਬਣ ਗਿਆ, ਔਰ ਕਿੰਨੇ ਕਾਰਜ ਜਿਹੜੇ ਨੇ ਉਦੋਂ ਅੱਗੇ ਫਿਰ ਜਿੰਨੇ ਸਬਰ ਗਏ। ਕਹਿਣ ਤੋਂ ਭਾਵ ਸੀ ਕਿ ਇੱਕ ਅਕਾਲ ਪੁਰਖ ਦੇ ਨਾਮ ਨਾਲ ਜੁੜ ਜਾਓ, ਜਦੋਂ ਉਹਦੇ ਨਾਮ ਦੀ ਬਖਸ਼ਿਸ਼ ਵਰਤੇਗੀ, ਅੱਗੋਂ ਕਿੰਨੇ ਕਾਰਜ ਸਬਰ ਜਾਣਗੇ। ਉਹਦੇ ਨਾਮ ਦੀਆਂ ਬਖਸ਼ਿਸ਼ਾਂ ਜਦੋਂ ਵਰਤਦੀਆਂ ਹਨ ਤਾਂ ਸਾਰੇ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ। ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੈ ਜਿਤ ਵਡਿਆਈ। ਮਹਾਰਾਜ ਕਹਿੰਦੇ ਤੂੰ ਇਸ ਇਲਾਕੇ ਦਾ ਗੁਰੂ ਬਣਿਆ, ਪਰ ਗੁਰੂ ਤਾਂ ਸਮੁੰਦਰ ਦੀ ਤਰ੍ਹਾਂ ਹੁੰਦਾ ਹੈ, ਔਰ ਜਿਹੜੇ ਉਹਦੇ ਸਿੱਖ ਹੁੰਦੇ ਨੇ ਉਹ ਤੇ ਨਦੀਆਂ ਦੀ ਤਰ੍ਹਾਂ ਹੁੰਦੇ ਨੇ। ਤੇ ਜਦੋਂ ਨਦੀਆਂ ਗੁਰੂ ਕੋਲ ਆਉਂਦੀਆਂ ਨੇ ਤੇ ਫਿਰ ਉਹ ਨਦੀਆਂ ਆਪਣੀ ਹੋਂਦ ਖਤਮ ਕਰਕੇ ਗੁਰੂ ਦਾ ਰੂਪ ਹੋ ਜਾਂਦੀਆਂ ਨੇ। ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਭਾਈ ਲਹਿਣਾ ਜੀ ਆਏ ਤੇ ਕੀ ਉਹ ਭਾਈ ਲਹਿਣਾ ਜੀ ਰਹਿ ਗਏ? ਨਹੀਂ, ਗੁਰੂ ਨਾਨਕ ਸਾਹਿਬ ਦਾ ਰੂਪ ਹੋ ਗਏ। ਜੇ ਗੁਰੂ ਅਮਰਦਾਸ ਜੀ ਆਏ ਤੇ ਕੀ ਹੋਇਆ, ਉਹ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਗਏ। ਨਾਨਕ ਤੂੰ ਲਹਿਣਾ ਤੂੰ, ਕਹਿਣ ਲੱਗੇ ਨਾਨਕ ਵੀ ਤੁਸੀਂ ਹੋ ਤੇ ਲਹਿਣਾ ਭਾਵ ਗੁਰੂ ਅੰਗਦ ਸਾਹਿਬ ਜੀ ਤੁਸੀਂ, ਗੁਰੂ ਅਮਰਦਾਸ ਜੀ ਵੀ ਤੁਸੀਂ, ਗੁਰੂ ਰਾਮਦਾਸ ਜੀ ਵੀ ਤੁਸੀਂ ਹੋ, ਭਾਵ ਕੋਈ ਫਰਕ ਨਹੀਂ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਸਾਜ ਕੇ ਤੇ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਪੰਜ ਕਕਾਰਾਂ ਦੀ ਵਰਦੀ ਕੇਵਲ ਪੰਜਾਂ ਪਿਆਰਿਆਂ ਨੂੰ ਨਹੀਂ ਪਵਾਈ, ਮਹਾਰਾਜ ਨੇ ਆਪ ਵੀ ਉਹ ਪੰਜਾਂ ਕਕਾਰਾਂ ਵਾਲੀ ਵਰਦੀ ਨੂੰ ਪਹਿਨਿਆ। ਆਪ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ ਨੇ। ਤੇ ਜਦੋਂ ਮਹਾਰਾਜ ਜੀ ਆਪ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ, ਅਸੀਂ ਤਾਂ ਕਹਿੰਦੇ ਹਾਂ ਕੀ ਲੋੜ ਹੈ ਜੀ, ਅੰਮ੍ਰਿਤ ਛਕਣ ਦੀ ਬਾਣੀ ਤੇ ਪੜ੍ਹਦੇ ਹੀ ਹਾਂ, ਅਸੀਂ ਆਪਣਾ ਨਿਤਨੇਮ ਪੂਰਾ ਕਰਦੇ ਹਾਂ, ਗੁਰਦੁਆਰੇ ਵੀ ਆਉਂਦੇ ਹਾਂ, ਪਾਠ ਵੀ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਪਰ ਅੰਮ੍ਰਿਤ ਦੀ ਕੀ ਲੋੜ ਪਈ ਹੈ? ਤੇ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿੱਚ ਕੋਈ ਕਮੀ ਸੀ ਜੋ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਲੈਣ ਦੀ ਲੋੜ ਪੈ ਗਈ? ਇਕੱਲੇ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ, ਪੂਰੇ ਦਾ ਪੂਰਾ ਪਰਿਵਾਰ, ਚਾਰੇ ਦੇ ਚਾਰੇ ਸਾਹਿਬਜ਼ਾਦਿਆਂ ਨੇ ਖੰਡੇ ਦੀ ਪੌਲ ਲੈ ਕੇ ਸਿੰਘ ਸਜਣਾ ਕੀਤਾ। ਤੇ ਗੁਰੂ ਸਾਹਿਬ ਮਹਾਰਾਜ ਨੇ ਕੇਵਲ ਸਾਨੂੰ ਇਹ ਦਾਤ ਦਿੱਤੀ ਨਹੀਂ, ਆਪ ਵੀ ਅੱਗੇ ਹੋ ਕੇ ਦਾਤ ਲਈ ਹੈ। ਇਹਦਾ ਮਤਲਬ ਕੁਝ ਤਾਂ ਹੈ ਨਾ ਅੰਮ੍ਰਿਤ ਦੇ ਰਸ ਵਿੱਚ ਜੋ ਅਸੀਂ ਪਿੱਛੇ ਭੱਜਦੇ ਹਾਂ ਕਿਉਂਕਿ ਸਾਡਾ ਮਨ ਰਾਜੀ ਨਹੀਂ ਹੁੰਦਾ। ਗੁਰੂ ਸਾਹਿਬ ਕਿਰਪਾ ਕਰਨ, ਵਿਸਾਖੀ ਦਾ ਪੁਰਬ ਆ ਰਿਹਾ ਹੈ, ਖਾਲਸਾ ਪੰਥ ਦੀ ਸਿਰਜਣਾ ਦਿਵਸ ਜਿਹੜਾ ਉਹ ਆ ਰਿਹਾ, ਤੇ ਕਮ ਸੇ ਕਮ ਆਪਾਂ ਰੋਜ਼ ਅਰਦਾਸ, ਜਿਹੜੇ ਤਾਂ ਬਾਣੀ ਦੇ ਰੰਗ ਵਿੱਚ ਰੰਗਿਆ ਮੁਬਾਰਕ ਹੈ ਉਹਨਾਂ ਨੂੰ, ਪਰ ਜਿਨ੍ਹਾਂ ਦਾ ਹਜੇ ਮਨ ਬਾਣੀ ਦੇ ਰੰਗ ਵਿੱਚ ਰੰਗਣਾ ਨਹੀਂ ਚਾਹੁੰਦਾ, ਰੋਜ਼ ਅਰਦਾਸ ਕਰੋ, ਰੋਜ਼ ਬੇਨਤੀਆਂ ਕਰੋ ਕਿ ਤਾਂ ਕਿ ਮਹਾਰਾਜ ਜੀ ਇਸ ਵਾਰ ਵਿਸਾਖੀ ਦੇ ਪੁਰਬ ਤੇ ਸਾਡੇ ਤੇ ਰਹਿਮਤ ਬਣ ਜਾਏ, ਅਸੀਂ ਤੁਹਾਡੇ ਧੀਆਂ ਪੁੱਤਰ ਬਣ ਜਾਈਏ, ਅਸੀਂ ਮਾਣ ਨਾਲ ਕਹਿ ਸਕੀਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਧੀਆਂ ਪੁੱਤਰ ਹਾਂ। ਇਸ ਲਈ ਅਸੀਂ ਅਨੰਦਪੁਰ ਸਾਹਿਬ ਦੇ ਵਾਸੀ ਹਾਂ। ਖੈਰ ਇੱਥੇ ਮਹਾਰਾਜ ਜੀ ਕਹਿੰਦੇ ਨੇ ਗੁਰੂ ਸਮੁੰਦਰ, ਗੁਰੂ ਤਾਂ ਸਮੁੰਦਰ ਹੈ, ਔਰ ਜਿਹੜੇ ਉਹਦੇ ਸਿੱਖ ਹੁੰਦੇ ਨੇ, ਜਿਹੜੀ ਉਹਦੀ ਸੰਗਤ ਹੁੰਦੀ ਹੈ, ਉਹ ਸਭ ਹੁੰਦੇ ਨੇ ਨਦੀਆਂ ਦੀ ਤਰ੍ਹਾਂ। ਨਦੀਆਂ ਅਤੈ ਵਾ ਪਵੈ ਸਮੁੰਦ ਨਾ ਜਾਣੀਐ। ਮਹਾਰਾਜ ਕਹਿੰਦੇ ਨੇ ਜਦੋਂ ਨਦੀਆਂ ਆ ਕੇ ਸਮੁੰਦਰ ਵਿੱਚ ਸਮਾਉਂਦੀਆਂ ਨੇ, ਉਹ ਸਮੁੰਦਰ ਦਾ ਹੀ ਰੂਪ ਹੋ ਜਾਂਦੀਆਂ ਨੇ, ਨਦੀਆਂ ਦਾ ਆਪਣਾ ਨਾਮ ਖਤਮ ਹੋ ਜਾਂਦਾ ਹੈ। ਸਾਨੂੰ ਮਹਾਰਾਜ ਨੇ ਏਡੀ ਵੱਡੀ ਬਖਸ਼ਿਸ਼ ਦਿੱਤੀ। ਪੁੱਛਿਆ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਦੀਦਾਰ ਕਰਨੇ ਹੋਣ ਕਿੱਥੋਂ ਹੋਣਗੇ? ਆਖਿਆ ਪੰਜਾਂ ਪਿਆਰਿਆਂ ਵਿੱਚੋਂ ਦੀ ਮੇਰੇ ਦੀਦਾਰ ਹੋਣਗੇ। ਸਾਹਿਬ ਜੀ ਨੇ ਇਹੀ ਆਖਿਆ ਸੀ ਨਾ, ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਤੇ ਮਹਾਰਾਜ ਜੀ ਜੇ ਪੰਜ ਪਿਆਰੇ ਨਾ ਕਿਤੇ ਦਿਸਣ ਤੇ ਫਿਰ ਕਈ ਇਲਾਕੇ ਐਸੇ ਨੇ ਜਿੱਥੇ ਪੰਜ ਪਿਆਰੇ ਜਿਹੜੇ ਆ ਸਾਬਤ ਸੂਰਤ ਬਾਣੀ ਦੇ ਰੰਗ ਵਿੱਚ ਰੰਗੇ ਨਹੀਂ ਨਜ਼ਰ ਆਉਂਦੇ, ਫਿਰ ਕੀ ਕਰਾਂ? ਕਹਿਣ ਲੱਗੇ ਤੂੰ ਇਸ ਤਰ੍ਹਾਂ ਕਰ, ਅੰਮ੍ਰਿਤ ਵੇਲੇ ਇਸ਼ਨਾਨ ਕਰ, ਦਸਤਾਰ ਸਜਾ ਤੇ ਦਾੜਾ ਆਪਣਾ ਸਵਾਰ ਕੇ ਚੌਂਕੜਾ ਮਾਰ ਕੇ ਨਿਤਨੇਮ ਕਰ, ਤੇ ਨਿਤਨੇਮ ਕਰਕੇ ਫਿਰ ਸ਼ੀਸ਼ੇ ਅੱਗੇ ਖਲੋ ਕੇ ਅੱਖਾਂ ਬੰਦ ਕਰਕੇ ਅਰਦਾਸ ਕਰ, ਤੇ ਜਦੋਂ ਅਰਦਾਸ ਕਰਕੇ ਅੱਖਾਂ ਖੋਲੀ ਤੈਨੂੰ ਸ਼ੀਸ਼ੇ ਵਿੱਚੋਂ ਮੇਰਾ ਹੀ ਸਰੂਪ ਦਿਸ ਜਾਏਗਾ। ਇੰਨੀ ਵੱਡੀ ਬਖਸ਼ਿਸ਼ ਮਹਾਰਾਜ ਨੇ ਦਿੱਤੀ। ਮਹਾਰਾਜ ਕਹਿੰਦੇ ਮੈਂ ਤੇਰੇ ਰੂਪ ਵਿੱਚੋਂ ਹੀ ਦਿਸਾਂਗਾ, ਕਿਉਂਕਿ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਮਹਾਰਾਜ ਕਹਿੰਦੇ ਪਰ ਤੂੰ ਇਸ ਤਰ੍ਹਾਂ ਬਣ ਕੇ ਆਈ ਕਿ ਤੈਨੂੰ ਮੈਂ ਆਪਣੇ ਵਿੱਚ ਸਮੇਟ ਲਵਾਂ, ਤੈਨੂੰ ਮੈਂ ਆਪਣਾ ਹੀ ਰੂਪ ਬਣਾ ਲਵਾਂ। ਪਰ ਜੇ ਤੂੰ ਸਮੁੰਦ ਹੋਣਾ ਹੀ ਨਹੀਂ ਚਾਹੁੰਦਾ ਫਿਰ ਕਿਵੇਂ ਗੱਲ ਬਣੇਗੀ? ਜੇ ਅਸੀਂ ਬਾਣੀ ਪੜ੍ਹ ਕੇ ਬਾਣੀ ਦਾ ਰੂਪ ਹੀ ਨਹੀਂ ਬਣਨਾ ਚਾਹੁੰਦੇ ਤੇ ਫਿਰ ਗੱਲ ਕਿਵੇਂ ਬਣੇਗੀ? ਇਸ ਲਈ ਸਾਹਿਬ ਜੀ ਨੇ ਆਖਿਆ ਗੁਰੂ ਸਮੁੰਦਰ ਨਦੀ ਸਭ ਸਿੱਖੀ ਮੈਨੇ ਜਿੰਨੇ ਵੀ ਤੇਰੀ ਸਿੱਖੀ ਸੇਵਕੀ ਆ, ਇਹ ਸਾਰੇ ਨਦੀ ਦੀ ਤਰ੍ਹਾਂ ਨੇ, ਜਿਹੜੇ ਆ ਕੇ ਇਸ ਸਮੁੰਦ ਵਿੱਚ ਲੀਨ ਹੋ ਜਾਂਦੇ ਆ, ਤੇ ਜਿਹੜੇ ਲੀਨ ਹੋ ਜਾਂਦੇ ਨੇ ਉਹ ਫਿਰ ਉਸ ਮਾਲਕ ਦੀ ਵਡਿਆਈ ਕਰਦੇ ਹਨ। ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ ਤਾਂ ਸੱਤ ਚੱਟੇ ਸਿਰ ਛਾਈ। ਨਾਨਕ ਜੀ ਕਹਿ ਰਹੇ ਨੇ ਜੇ ਸਿਰ ਘੁੱਥੈ ਨਾਵਣ ਨਾਹੀ। ਮਹਾਰਾਜ ਕਹਿੰਦੇ ਜੇ ਤੁਸੀਂ ਮਨ ਤਨ ਕਰਕੇ ਇਸ਼ਨਾਨ ਨਹੀਂ ਕਰੋਗੇ ਤਾਂ ਸੱਤ ਚੱਟੇ ਸਿਰ ਛਾਹੀ। ਮਹਾਰਾਜ ਜੀ ਕਹਿੰਦੇ ਫਿਰ ਇੱਕ ਬੁੱਕ ਸਵਾਦ ਹੀ ਨਹੀਂ, ਫਿਰ ਕਹਿੰਦੇ ਨੇ 7 ਬੁੱਕਾਂ, ਕਈਆਂ ਨੇ 100 ਦਾ ਵੀ ਜ਼ਿਕਰ ਕੀਤਾ। ਕਹਿੰਦੇ ਨੇ ਫਿਰ ਇਦਾਂ ਹੈ ਵੀ ਜਿਵੇਂ 100 ਬੁੱਕਾਂ ਭਰ ਕੇ ਸਵਾਦ ਦੀਆਂ ਸਿਰ ਦੇ ਵਿੱਚ ਪੈ ਜਾਣ। ਸਵਾਦ ਦਾ ਮਤਲਬ ਹੈ ਇੰਨੀਆਂ ਫਿਟਕਾਰਾਂ ਪੈਂਦੀਆਂ ਨੇ,
ਇੰਨੀਆਂ ਲਾਹਨਤਾਂ ਪੈਂਦੀਆਂ ਨੇ ਜਿਹੜਾ ਮਨੁੱਖਾ ਜਨਮ ਲੈ ਕੇ ਨਾ ਤਨ ਦਾ ਇਸ਼ਨਾਨ ਕਰਦਾ ਹੈ ਤੇ ਨਾ ਮਨ ਦਾ ਇਸ਼ਨਾਨ ਕਰਦਾ ਹੈ। ਸਾਹਿਬ ਕਹਿੰਦੇ ਆਪਣੇ ਜੀਵਨ ਵਿੱਚ ਝਾਤ ਮਾਰ ਕੇ ਵੇਖ, ਤੂੰ ਤੇ ਅੰਦਰੋਂ ਵੀ ਡਰਦਾ ਹੈ ਪਰਮੇਸ਼ਵਰ ਦੇ ਨਾਮ ਸਿਮਰਨ ਤੋਂ ਤੇ ਬਾਹਰੋਂ ਵੀ ਡਰਦਾ ਹੈ ਇਸ਼ਨਾਨ ਤੋਂ, ਤੇ ਫਿਰ ਤੇਰੀ ਸਿੱਖੀ ਸੇਵਕੀ ਕਿਵੇਂ ਖੁਸ਼ਹਾਲ ਰਹੇਗੀ? ਜੇ ਗੁਰੂ ਖੁਸ਼ਹਾਲ ਹੈ ਤਾਂ ਹੀ ਅਸੀਂ ਖੁਸ਼ਹਾਲ ਰਹਿ ਸਕਦੇ ਹਾਂ। ਜੇ ਗੁਰੂ ਸਾਹਿਬ ਜੀ ਸਦਾ ਵਿਕਾਸ ਵਿੱਚ ਨੇ ਤਾਂ ਹੀ ਅਸੀਂ ਵਿਕਾਸ ਵਿੱਚ ਰਹਿ ਸਕਦੇ ਹਾਂ। ਜੇ ਗੁਰੂ ਅਰੋਗ ਹੈ ਤਾਂ ਹੀ ਅਸੀਂ ਅਰੋਗ ਰਹਿ ਸਕਦੇ ਹਾਂ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਤੂੰ ਪੂਰੇ ਗੁਰੂ ਦੇ ਚਰਨਾਂ ਵਿੱਚ ਆ ਤੇ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕਰ, ਨਾਮ ਦੀ ਕਮਾਈ ਕਰ। ਹਰ ਕਾ ਨਾਮ ਧਿਆਏ ਕੈ ਉਹ ਹਰਿਆ ਭਾਈ, ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ, ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਤੇ ਜੇ ਅਸੀਂ ਬਾਹਰ ਦੇ ਦਿਨ ਤਿਉਹਾਰ ਵੇਖ ਕੇ ਤੀਰਥਾਂ ਤੇ ਜਾਂਦੇ ਹਾਂ, ਮਹਾਰਾਜ ਨੇ ਆਖਿਆ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਆ ਇੱਥੇ ਵੀ ਬੈਠੇ ਹਾਂ ਤੇ ਇਸ਼ਨਾਨ ਕਰਨ ਲਈ ਬੈਠੇ ਹਾਂ, ਕਿਉਂਕਿ ਤਨ ਦਾ ਇਸ਼ਨਾਨ ਤੇ ਆਪੋ ਆਪਣੇ ਘਰਾਂ 'ਚ ਕਰ ਲਵਾਂਗੇ, ਮਨ ਦਾ ਇਸ਼ਨਾਨ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਕੇ ਕੀਰਤਨ ਕਥਾ ਗੁਰਬਾਣੀ ਪਾਠ ਨਾਲ ਜੁੜ ਕੇ ਹੀ ਹੋਣਾ ਹੈ। ਅਰਦਾਸ ਕਰੋ ਕਿ ਮਹਾਰਾਜ ਜਿਹਦੇ ਰਾਹੀਂ ਸਾਡੇ ਮਨ ਦਾ ਇਸ਼ਨਾਨ ਹੋਣਾ ਨਾ, ਉਹ ਖੈਰ ਉਹ ਦਾਤ ਸਾਡੀ ਝੋਲੀ ਵਿੱਚ ਪਾ ਦਿਓ। ਆਪਣਾ ਨਾਮ ਦੇਹ ਆਪਣਾ ਨਾਮ ਦੇਹ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹ ਆਪਣਾ ਨਾਮ ਦੇਹ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹ ਆਪਣਾ ਨਾਮ ਦੇਹ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹ ਨਾਨਕ ਚਾਓ ਇਹ ਨਾਨਕ ਚਾਓ ਇਹੋ ਨਾਨਕ ਚਾਓ ਇਹੋ ਆਪਣਾ ਨਾਮ ਦੇਹ ਆਪਣਾ ਨਾਮ ਦੇਹ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ। ਗੁਰੂ ਪਾਤਸ਼ਾਹ ਕਿਰਪਾ ਕਰਨ। ਇਹ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਜਿਹਨੂੰ ਸੁਣ ਕੇ ਅਗਲੀ ਕੀ ਅਵਸਥਾ ਬਣੇਗੀ ਉਹ ਅਗਲੇਰੇ ਇਤਿਹਾਸ ਵਿੱਚ ਜਾਣਨ ਦਾ ਯਤਨ ਕਰਾਂਗੇ। ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਇਸੇ ਤਰ੍ਹਾਂ ਨਾਮ ਬਾਣੀ ਦੇ ਨਾਲ ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗੀ ਰੱਖਣ। ਅੰਮ੍ਰਿਤ ਵੇਲੇ ਤਨ ਔਰ ਮਨ ਦਾ ਇਸ਼ਨਾਨ ਇਹ ਉਦਮ ਸਾਨੂੰ ਬਖਸ਼ਣ, ਜਿਹਦੇ ਨਾਲ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।